ਇਕੱਲੇ ਹੀ ਜਿਹੜੇ ਹਾਲਾਤ ਨੇ ਬਾਈਸਾਈਕਲ ਇੰਡਸਟਰੀ ਦੇ ਨਹੀਂ ਹੈ ਖਰਾਬ, ਬਲਕਿ ਜੇ ਅਸੀਂ ਸੌਫਟਵੇਅਰ ਇੰਡਸਟਰੀ ਦੀ ਗੱਲ ਕਰੀਏ, ਟੂ ਵੀਲਰ ਇੰਡਸਟਰੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਇਹ ਸੇਮ ਚੀਜ਼ਾਂ ਆ ਰਹੀਆਂ। ਬੈਂਕ ਦੇ ਇੰਟਰਸਟ ਇਨਕਰੀਜ਼ ਹੋ ਰਹੇ ਨੇ, ਸਾਡੇ ਓਵਰਹੈਡਸ ਇਨਕਰੀਜ਼ ਹੋ ਰਹੇ ਨੇ। ਦਿਸ ਇਜ਼ ਆਲ ਡਿਊ ਟੂ ਗਲੋਬਲ ਰਿਸੈਸ਼ਨ। ਕਿ ਜਦੋਂ ਆਜ਼ਾਦ ਹੋਏ ਸੀ ਅਸੀਂ ਤੇ ਉਦੋਂ ਚਾਈਨਾ ਸਾਡੇ ਤੋਂ ਪਿੱਛੇ ਹੁੰਦਾ ਸੀਗਾ। ਪਹਿਲਾਂ ਅਸੀਂ ਸੀਗੇ ਸਾਈਕਲ ਇੰਡਸਟਰੀ 'ਚ, ਬਾਅਦ 'ਚੋਂ ਚਾਈਨਾ ਸਾਡੇ ਤੋਂ ਪਿੱਛੇ ਸੀ, ਪਰ ਉਹ ਇੰਨੀ ਕੁ ਅੱਗੇ ਲੰਘ ਗਿਆ ਕਿ ਅਸੀਂ ਅੱਜ ਵੀ 1.5 ਕਰੋੜ ਦੇ ਉਹ ਛੋਟੀ ਪਿੱਟੀ ਜਾਂਦੇ ਹਾਂ। ਇੰਡੀਆ ਆਜ਼ਾਦ ਹੋਇਆ, ਉਸ ਤੋਂ ਬਾਅਦ ਅਸੀਂ ਇੰਡਸਟਰੀਲਾਈਜੇਸ਼ਨ ਦੇ ਵਿੱਚ ਆਏ ਤਾਂ ਬਾਈਸਾਈਕਲ ਇੰਡਸਟਰੀ ਦੇ ਵਿੱਚ ਗਰੋਥ ਸਟਾਰਟ ਹੋਈ। ਉਸ ਵੇਲੇ ਕੀ ਸੀਗਾ ਕਿ ਪਹਿਲੇ ਸਾਈਕਲ ਇੰਪੋਰਟ ਹੁੰਦਾ ਸੀਗਾ ਜੀ, ਤੇ ਜਦੋਂ ਇੱਥੇ ਇੰਡੀਆ 'ਚ ਮੈਨੂਫੈਕਚਰਿੰਗ ਹੋਣੀ ਸ਼ੁਰੂ ਹੋਈ ਤੇ ਇੰਡੀਆ ਦੇ ਵਿੱਚ ਮੈਨੂਫੈਕਚਰਰਸ ਦੀ ਉਸ ਵੇਲੇ ਚਾਹੁੰਦੀ ਸੀ ਇਨ ਟੋਟੈਲਿਟੀ ਦੇ ਵਿੱਚ। ਉਹਦੇ 'ਚ ਇਹ ਸੀਗਾ ਕਿ ਇੱਕ ਡੀਲਰ ਆ ਕੇ ਮੈਨੂਫੈਕਚਰ ਨੂੰ ਕਹਿੰਦਾ ਸੀਗਾ ਕਿ ਮੇਰੀਆਂ ਗੱਡੀਆਂ ਲਿਖੋ। ਸਾਈਕਲ ਨੂੰ ਗੱਡੀ ਦੇ ਰੂਪ ਦੇ ਵਿੱਚ ਕਿਹਾ ਜਾਂਦਾ ਸੀਗਾ, ਤੋਂ ਐਡਵਾਂਸ ਪੇਮੈਂਟ ਦੇ ਕੇ ਜਾਂਦਾ ਸੀਗਾ। ਤਾਂ ਸਨ 2000 ਤੱਕ ਇਹੀ ਪੋਜੀਸ਼ਨ ਕੰਟੀਨਿਊ ਰਹੀ ਹੈ, ਜਾਂ 1997 ਤੱਕ। ਯੂਥ ਹੈਗਾ ਜਦੋਂ ਉਹ ਇੰਡੀਆ ਤੋਂ ਬਾਹਰ ਨਿਕਲਿਆ, ਉਹ ਚਾਈਨਾ 'ਚ ਗਿਆ, ਤਾਈਵਾਨ 'ਚ ਗਿਆ, ਜਰਮਨੀ 'ਚ ਗਿਆ, ਫੇਅਰਸ ਅਟੈਂਡ ਕੀਤੇ, ਤਾਂ ਉਹਨੇ ਇਹ ਮਹਿਸੂਸ ਕੀਤਾ ਵੀ ਸਾਈਕਲ ਦੀ ਜਿਹੜੀ ਇੱਥੇ ਇੰਡੀਆ ਦੇ ਵਿੱਚ ਜਿਹੜਾ ਸਾਈਕਲ ਲੈ ਰਹੇ ਆ ਉਸ ਤੋਂ ਬੈਟਰ ਕੁਆਲਿਟੀ ਦੇ ਸਾਈਕਲ ਬਾਹਰ ਅਵੇਲੇਬਲ ਨੇ ਐਟ ਆ ਬੈਟਰ ਪ੍ਰਾਈਸ। ਤਾਂ ਜਦੋਂ ਉਹਨਾਂ ਨੇ ਇੰਪੋਰਟ ਕਰਕੇ ਆਪਣੇ ਆਪ ਨੂੰ ਰਿਵਿਊ ਕੀਤਾ ਤਾਂ ਸਨ 2000 ਤੋਂ ਬਾਅਦ ਜਿਹੜੇ ਡੀਲਰਸ ਨੇ ਉਹਨਾਂ ਨੇ ਇੰਡੀਅਨ ਜਿਹੜੇ ਮੈਨੂਫੈਕਚਰਰਸ ਨੇ ਉਹਨਾਂ ਨੂੰ ਉਨੀ ਵੇਟੇਜ ਨਹੀਂ ਦਿੱਤੀ। ਜਿਹੜੇ ਬੰਦਿਆਂ ਨੇ ਜਦੋਂ ਜਾ ਕੇ ਗਲੋਬਲ ਮਾਰਕੀਟ ਦੇ ਵਿੱਚ ਰਿਵਿਊ ਕੀਤਾ, ਜਦੋਂ ਤਾਈਵਾਨ 'ਚ ਜਾ ਕੇ ਦੇਖਿਆ ਜਾਂ ਚਾਈਨਾ 'ਚ ਜਾ ਕੇ ਦੇਖਿਆ ਵੀ ਸਾਈਕਲ ਸਾਨੂੰ ਮਿਲ ਸਕਦਾ ਹੈ, ਇਸ ਰੇਟ 'ਤੇ ਮਿਲ ਸਕਦਾ ਹੈ, ਬੈਟਰ ਕੁਆਲਿਟੀ ਦਾ ਮਿਲ ਸਕਦਾ ਹੈ, ਉਹ ਚਾਈਨਾ ਜਦੋਂ ਉਹਨੂੰ ਪਤਾ ਹੈ ਕਿ ਅੰਡਰ ਦੀ ਬਿਲਿੰਗ ਐਂਡ ਆਲ ਦੈਟ, ਉਹ ਸਾਰੀਆਂ ਚੀਜ਼ਾਂ ਸੀ। ਜਿਹੜੇ ਇਹੋ ਜਿਹੇ ਪਲੇਅਰ ਸੀਗੇ ਜਿਨ੍ਹਾਂ ਦਾ ਕੰਮ ਹੀ ਸਿਰਫ ਇਹ ਸੀਗਾ ਕਿ ਉਹਨਾਂ ਨੇ ਪੈਸੇ ਬਣਾਉਣੇ ਨੇ, ਉਹ ਕੁਝ ਵਿੱਚ ਐਡ ਔਨ ਹੋਏ, ਮਾਰਕੀਟ ਨੂੰ ਐਕਸਟੈਂਡ ਹੋ ਗਿਆ। ਉਹ ਐਕਸਟੈਂਡ ਹੋ ਗਏ, ਇੱਕ ਨੂੰ ਦੇਖ ਕੇ ਦੂਜਾ, ਦੂਜੇ ਨੂੰ ਦੇਖ ਕੇ ਤੀਜਾ। ਅਲਟੀਮੇਟਲੀ ਕੀ ਹੈ, ਉਸੇ ਪਾਣੀ ਦੇ ਵਿੱਚ ਰਹਿਣਾ ਨਾ। ਮਾਰਕੀਟ ਤੇ ਇੰਡੀਆ ਦੀ ਉਹੀ ਹੈ, ਤਾਂ ਉਸੇ ਮਾਰਕੀਟ ਦੇ ਵਿੱਚ ਕਈ ਲੋਕਾਂ ਨੇ ਆਪਣਾ ਮੌਕਾ ਦੇਖਿਆ, ਸ਼ਾਰਟ ਟਰਮ ਗੇਨਸ ਦੇਖੇ, ਤੇ ਸ਼ਾਰਟ ਟਰਮ ਗੇਨ ਕਰਕੇ ਇਹ ਇਸ਼ੂਜ਼ ਕ੍ਰੀਏਟ ਹੋਏ। ਜੇ ਚਾਈਨਾ ਤੋਂ, ਤਾਈਵਾਨ ਤੋਂ, ਬੰਗਲਾਦੇਸ਼ ਤੋਂ, ਸ਼੍ਰੀਲੰਕਾ ਤੋਂ ਮਟੀਰੀਅਲ ਆਉਣੇ ਸ਼ੁਰੂ ਹੋਏ ਜਾਂ ਉਹਨਾਂ ਦੇ ਉਹ ਪਾਰਟਸ ਉਹਦੇ ਵਿੱਚ ਅੱਛੀ ਕੁਆਲਿਟੀ ਦੇ ਆ ਗਏ ਤੇ ਅੰਡਰ ਦੀ ਬਿਲਿੰਗ ਕਰਕੇ ਵੀ ਆ ਗਏ ਜਾਂ ਕਿਸੇ ਤਰ੍ਹਾਂ ਵੀ, ਕਿਉਂਕਿ ਸਾਡੇ ਗਵਰਨਮੈਂਟ ਦੀ ਜਿਹੜੀਆਂ ਪਾਲਿਸੀਜ਼ ਨੇ ਇੰਨੀਆਂ ਲਿਬਰਲ ਹੈਗੀਆਂ ਸੀਗੀਆਂ ਕਿ ਜਿਹਦੇ ਵਿੱਚ ਕਿ ਮਤਲਬ ਉਹੋ ਜਿਹੇ ਕੰਮ ਹੋ ਗਏ ਤੇ ਪ੍ਰਾਈਸ ਜਿਹੜੀ ਹੈਗੀ ਹੈ ਉਹ ਇੱਕ ਉਸ ਲੈਵਲ 'ਤੇ ਰਹੀ ਕਿ ਜਿਹੜੇ ਇੰਡੀਅਨ ਮੈਨੂਫੈਕਚਰਰਸ ਨੇ ਉਹਨਾਂ ਦੇ ਉੱਤੇ ਝਟਕਾ ਪਿਆ। ਉਹ ਅੱਜ ਵੀ ਝਟਕਾ ਹੈਗਾ। ਅਸੀਂ ਗੌਰਮੈਂਟ ਨੂੰ ਤਾਕੀਦ ਕਰਦੇ ਹਾਂ ਵੀ ਘੱਟੋ ਘੱਟ ਇਹਨਾਂ ਚੀਜ਼ਾਂ ਦੇ ਉੱਤੇ ਰੋਕਥਾਮ ਕਰੋ ਕਿ ਵੇਟਡ ਐਵਰੇਜ ਦੇ ਉੱਤੇ, ਮਤਲਬ ਆਪਣੇ ਪਰ ਕੇਜੀ ਰੇਟ ਦੇ ਉੱਤੇ ਘੱਟੋ ਘੱਟ ਜਿਹੜੇ ਨੇ ਕਸਟਮ ਡਿਊਟੀਜ਼ ਨੂੰ ਉਹਨੂੰ ਰਿਵਿਊ ਕੀਤਾ ਜਾਏ ਤਾਂ ਕਿ ਕੋਈ ਅੰਡਰ ਬਿਲਿੰਗ ਵਗੈਰਾ ਨਾ ਹੋ ਸਕੇ। जनहितैषी टीआरपी नहीं खरीदते, भरोसा जीतते हैं हम। नमस्कार, मैं संदीप शर्मा एक बार फिर ਤੁਹਾਡੇ ਨਾਲ ਰੂਬਰੂ ਹੋ ਰਿਹਾ। ਇੱਕ ਵਾਰੀ ਫੇਰ ਲੁਧਿਆਣਾ ਸ਼ਹਿਰ ਤੋਂ ਗੱਲਬਾਤ ਕਰਾਂਗੇ ਇੰਡਸਟਰੀ ਦੀ। ਜੀ ਹਾਂ, ਪਿਛਲੇ ਦਿਨੀ ਅਸੀਂ ਗੱਲਬਾਤ ਕੀਤੀ ਸੀ ਇੰਡਸਟਰੀ ਦੇ ਵੱਲੋਂ ਦੇਖਿਆ ਜਾ ਰਿਹਾ ਸੀ ਸਾਈਕਲ ਇੰਡਸਟਰੀ ਦੇ ਜਿਹੜੇ ਬੁੱਧੀਜੀਵੀ ਹੈ ਉਹਨਾਂ ਵੱਲੋਂ ਮੰਥਨ ਕੀਤਾ ਜਾ ਰਿਹਾ ਹੈ, ਕਿਉਂਕਿ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਇਫ ਐਂਡ ਬਟਸ ਹੈ, ਹਾਲਾਤ ਬਹੁਤ ਸੁਖਾਵਣੇ ਨਹੀਂ ਹੈ। ਇੱਦਾਂ ਦੇ ਹਾਲਾਤ ਹੋ ਗਏ ਨੇ ਕਿ ਲੰਬੇ ਸਮੇਂ ਤੋਂ ਜਾਂ ਕਹਿ ਲਓ ਪੁਸ਼ਤੈਨੀ ਕਾਰੋਬਾਰ ਕਰ ਰਹੇ ਇੰਡਸਟਰੀਜ਼ ਵੀ ਅੱਜ ਆਪਣੀ ਇੰਡਸਟਰੀ ਦੇ ਵਿੱਚ ਭਵਿੱਖ, ਸੁਰੱਖਿਅਤ ਭਵਿੱਖ ਦੀ ਤਲਾਸ਼ ਕਰ ਰਹੇ ਨੇ। ਗੱਲਬਾਤ ਕਰੀਏ ਤਾਂ ਸਾਈਕਲ ਇੰਡਸਟਰੀ ਜਿਹੜੀ ਕਿ ਲੁਧਿਆਣਾ ਦੀ ਪਹਿਚਾਣ ਹੈ, ਲੁਧਿਆਣਾ ਨੂੰ ਸਾਈਕਲ ਸਿਟੀ ਵੀ ਕਿਹਾ ਜਾਂਦਾ ਹੈ, ਪਰ ਪਿਛਲੇ ਦਿਨੀ ਇਸੇ ਸਾਈਕਲ ਇੰਡਸਟਰੀ ਦੇ ਕੁਝ ਜਿਹੜੇ ਦਿੱਗਜ ਹੈਗੇ ਆ ਉਹਨਾਂ ਵੱਲੋਂ ਜਿੱਥੇ ਮੰਥਨ ਕੀਤਾ ਗਿਆ ਸੀਗਾ ਤੇ ਸੋਚਿਆ ਗਿਆ ਸੀ ਕਿ ਕਿੱਦਾਂ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਏ। ਸੋ ਉਹੀ ਮੰਥਨ ਦੇ ਵਿੱਚੋਂ ਇੱਕ ਸਾਡੇ ਨਾਲ ਅੱਜ ਬੁੱਧੀਜੀਵੀ ਹੈਗੇ ਹੈ ਜਿਹੜੇ ਖੁਦ ਇੱਕ ਵੱਡੇ ਕਾਰਪੋਰੇਟ ਕਾਰੋਬਾਰੀ ਵੀ ਹੈ, KS ਮੁੰਜਾਲ ਤੋਂ ਜਿਹੜੇ ਹੈ ਮਨਜਿੰਦਰ ਸਿੰਘ ਸਚਦੇਵਾ ਜੀ। ਸੋ ਗੱਲਬਾਤ ਕਰਦੇ ਹਾਂ ਕਿ ਕੀ ਹੈ ਜ਼ਮੀਨੀ ਹਕੀਕਤ ਸਾਈਕਲ ਇੰਡਸਟਰੀ ਦੀ। ਜੇ ਹਾਲਾਂਕਿ ਦੱਸ ਦਈਏ ਕਿ ਵਰਲਡ ਦੀ ਸੈਕਿੰਡ ਲਾਰਜੈਸਟ ਮੈਨੂਫੈਕਚਰਰ ਸਾਈਕਲ ਇੰਡਸਟਰੀ ਹੈ ਇੰਡੀਆ ਦੀ, ਤੇ ਖਾਸ ਕਰਕੇ ਉਹਦੇ ਵਿੱਚੋਂ 90% ਪਾਰਟਸ ਜਾਂ ਸਾਈਕਲ ਲੁਧਿਆਣਾ ਸ਼ਹਿਰ ਤੋਂ ਬਣਦੇ ਆ। ਸੋ ਜਾਣਦੇ ਹੈ ਇੱਕ ਕਾਰਪੋਰੇਟ ਜਿਹੜੇ ਕਾਰੋਬਾਰੀ ਹੈ ਕਿ ਕੀ ਕਹਿਣਾ ਚਾਹਣਗੇ, ਕੀ ਦਿਖਾਣਗੇ ਜ਼ਮੀਨੀ ਹਕੀਕਤ ਬਾਰੇ ਸਾਨੂੰ। ਸਤਿ ਸ਼੍ਰੀ ਅਕਾਲ ਸੰਦੀਪ ਜੀ। ਜੀ ਤੇ ਸਾਰੇ ਦੋਸਤਾਂ ਨੂੰ ਵੈਰੀ ਗੁੱਡ ਮਾਰਨਿੰਗ, ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਜੀ। ਸੰਦੀਪ ਜੀ ਬਿਲਕੁਲ ਤੁਸੀਂ ਠੀਕ ਕਿਹਾ ਵੀ ਇਸ ਵੇਲੇ ਹਾਲਾਤ ਜਿਹੜੇ ਨੇ ਉਹ ਨਾਸਾਜ਼ ਨੇ
ਸਾਨੂੰ ਇਹਦੇ ਚੋਂ ਉਭਰਨਾ ਪਏਗਾ। ਇਹ ਇਕੱਲੇ ਹੀ ਜਿਹੜੇ ਹਾਲਾਤ ਨੇ ਬਾਈਸਾਈਕਲ ਇੰਡਸਟਰੀ ਦੇ ਨਹੀਂ ਹੈ ਖਰਾਬ, ਬਲਕਿ ਜੇ ਅਸੀਂ ਸੌਫਟਵੇਅਰ ਇੰਡਸਟਰੀ ਦੀ ਗੱਲ ਕਰੀਏ, ਟੂ ਵੀਲਰ ਇੰਡਸਟਰੀ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਵੀ ਇਹ ਸੇਮ ਚੀਜ਼ਾਂ ਆ ਰਹੀਆਂ। ਬੈਂਕ ਦੇ ਇੰਟਰਸਟ ਇਨਕਰੀਜ਼ ਹੋ ਰਹੇ ਨੇ, ਸਾਡੇ ਓਵਰਹੈਡਸ ਇਨਕਰੀਜ਼ ਹੋ ਰਹੇ ਨੇ। ਦਿਸ ਇਜ਼ ਆਲ ਡਿਊ ਟੂ ਗਲੋਬਲ ਰਿਸੈਸ਼ਨ। ਜੀ, ਕਿ ਜਿਹੜਾ ਇਹ ਇਕੱਲਾ ਮਤਲਬ ਇੰਡੀਆ ਦੇ ਵਿੱਚ ਜਾਂ ਸਾਈਕਲ ਇੰਡਸਟਰੀ ਦੇ ਵਿੱਚ ਨਹੀਂ ਹੈ, ਇਹ ਇਨ ਟੋਟੈਲਿਟੀ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ। ਜੀ ਜੀ ਜੀ। ਤੇ ਸਮਝਦੇ ਹਾਂ ਵੀ ਇਹ ਇੰਡੀਆ ਜਿਹੜੀ ਹੈਗੀ ਹੈ ਇੱਕ ਬਾਈਸਾਈਕਲ ਮੈਨੂਫੈਕਚਰਿੰਗ ਦੀ ਹੱਬ ਹੈਗੀ ਹੈ, ਸੈਕਿੰਡ ਲਾਰਜੈਸਟ ਇਨ ਵਰਲਡ ਹੈ। ਬਟ ਸਾਡੇ ਕੋਲ ਓਪਰਚੁਨਿਟੀਜ਼ ਜਿਹੜੀਆਂ ਹੈ ਨਾ ਉਹ ਬਹੁਤ ਜ਼ਿਆਦਾ ਨੇ। ਕਿੱਥੇ ਆਪਾਂ ਕਹਿੰਦੇ ਹਾਂ ਕਿ ਅਸੀਂ ਇੱਥੇ 1.5 ਕਰੋੜ ਸਾਈਕਲ ਦੇ ਉੱਤੇ ਹਾਂ, ਜੀ, ਤੇ ਚਾਈਨਾ ਜੇ 20 ਕਰੋੜ ਦੇ ਉੱਤੇ, ਤੇ ਜੇ ਗਲੋਬਲ ਮਾਰਕੀਟ ਦੇ ਵਿੱਚ ਆਪਾਂ ਇਨ ਟੋਟੈਲਿਟੀ 'ਚ ਦੇਖੀਏ ਤਾਂ ਟੋਟਲ ਵੋਲਿਊਮ ਤਾਂ 30 ਕਰੋੜ ਦਾ ਹੈਗਾ। ਜੀ, ਹੁਣ ਉਹ 30 ਕਰੋੜ ਦੇ ਵਿੱਚੋਂ ਜੇ ਤੁਸੀਂ 1.5 ਕਰੋੜ 'ਚੋਂ ਗਰੋਥ ਔਨ ਕਰਕੇ ਗਲੋਬਲ ਮਾਰਕੀਟ ਦੇ ਵਿੱਚ ਜਾਣਾ ਤਾਂ ਸਾਡੇ ਕੋਲ ਓਪਰਚੁਨਿਟੀਜ਼ ਹੈਗੀਆਂ। ਜੀ। ਸਾਨੂੰ ਇਸ ਵੇਲੇ ਸਾਡੇ ਯੂਥ ਨੂੰ ਤੇ ਸਾਨੂੰ ਦ ਪਾਸਟ ਇਜ਼ ਗੋਨ, ਜੋ ਹੁਣ ਜਾ ਚੁੱਕਾ ਹੈ। ਦ ਜਰਨੀ ਆਫ 1000 ਮਾਈਲ ਸਟਾਰਟਸ ਵਿਦ ਅ ਸਿੰਗਲ ਸਟੈਪ। ਲੈਟ ਅਸ ਮੂਵ ਟੂਵਰਡ ਸਟੈਂਡਰਡਾਈਜੇਸ਼ਨ। ਆਪਾਂ ਗਲੋਬਲ ਸਟੈਂਡਰਡਸ ਨੂੰ ਰਿਵਿਊ ਕਰੀਏ, ਉਹਦੇ ਅਕੋਰਡਿੰਗਲੀ ਉਹ ਮਾਰਕੀਟ ਜਿਹੜੀ ਸਾਡੀ ਹੈਗੀ ਹੈ, ਜਿਹੜੀ ਅਨਟੈਪਡ ਮਾਰਕੀਟ ਹੈਗੀ ਹੈ, ਅਸੀਂ ਉਹਦੇ 'ਚ ਐਂਟਰ ਕਰੀਏ ਤੇ ਆਪਣੇ ਭਵਿੱਖ ਨੂੰ ਤੇ ਆਪਣੇ ਆਉਣ ਵਾਲੀ ਜਿਹੜੀ ਪਨੀਰੀ ਹੈ ਉਹਨਾਂ ਨੂੰ ਸੁਰੱਖਿਅਤ ਕਰੀਏ। ਸਰ, ਗੱਲਬਾਤ ਕਰੀਏ ਤਾਂ ਲੋਕ ਤੁਹਾਡੇ ਹੀ ਕਾਰੋਬਾਰੀ ਜਿਹੜੇ ਭਰਾ ਹੈਗੇ ਆ, ਕੁਲੀਗਸ ਹੈਗੇ, ਉਹ ਇਦਾਂ ਦੀ ਗੱਲਾਂ ਕਰ ਰਹੇ ਆ ਕਿ ਇੱਕ ਚੀਜ਼ ਨੂੰ ਗਰੋ ਕਰਨ ਦਾ ਇੱਕ ਸਮਾਂ ਹੁੰਦਾ, ਸੁਨਹਿਰੀ ਸਮਾਂ ਹੁੰਦਾ। ਤੇ ਇੰਡੀਆ ਜਿਹੜਾ ਕਿ ਤੁਸੀਂ ਆਪ ਹੀ ਹੁਣੇ ਆંકੜੇ ਦਿੱਤੇ ਹੈ, ਅਸੀਂ 1.5 ਕਰੋੜ ਤੇ ਹੈ, ਸੈਕਿੰਡ ਲਾਰਜੈਸਟ ਮੈਨੂਫੈਕਚਰਰ ਦਾ ਪ੍ਰਾਊਡ ਲੈ ਕੇ ਕਹਿੰਦੇ ਆ, ਤੇ ਜਦ ਕਿ ਨੰਬਰ 1 ਜਿਹੜਾ ਹੈ ਉਹ 20 ਕਰੋੜ ਤੋਂ ਪਲੱਸ ਹੈ। ਸੋ ਫਰਕ ਬਹੁਤ ਵੱਡਾ ਹੈ। ਅਸੀਂ ਸੈਕਿੰਡ ਲਾਰਜੈਸਟ ਮੈਨੂਫੈਕਚਰਰ ਹੋ ਕੇ ਮਤਲਬ ਇਹ ਗੈਪ ਕਿਉਂ ਨਹੀਂ ਤੈਅ ਕਰ ਪਾਏ ਕਦੀ? ਮਤਲਬ ਇੰਨਾ ਕਿਉਂ, ਜਦ ਕਿ ਜਦੋਂ ਆਜ਼ਾਦ ਹੋਏ ਸੀ ਅਸੀਂ, ਤੇ ਉਦੋਂ ਚਾਈਨਾ ਸਾਡੇ ਤੋਂ ਪਿੱਛੇ ਹੁੰਦਾ ਸੀਗਾ। ਪਹਿਲਾਂ ਅਸੀਂ ਸੀਗੇ ਸਾਈਕਲ ਇੰਡਸਟਰੀ 'ਚ, ਬਾਅਦ 'ਚੋਂ ਚਾਈਨਾ ਸਾਡੇ ਤੋਂ ਪਿੱਛੇ ਸੀ, ਪਰ ਉਹ ਇੰਨੀ ਕੁ ਅੱਗੇ ਲੰਘ ਗਿਆ ਕਿ ਅਸੀਂ ਅੱਜ ਵੀ 1.5 ਕਰੋੜ ਦੀ ਉਹ ਸੋਟੀ ਪਿੱਟੀ ਜਾਂਦੇ ਹਾਂ। ਇਹ ਤਾਂ ਜੇ ਪੜ੍ਹੇ ਲਿਖਿਆਂ ਦੀ ਭਾਸ਼ਾ 'ਚ ਗੱਲ ਕਰੀਏ ਤਾਂ ਇਹ ਹੋ ਗਿਆ, ਉਹ ਬੱਚਾ ਸਕੂਲ ਦੇ ਵਿੱਚ ਕੋਈ ਕਹਿੰਦਾ ਕਿ ਅਸੀਂ ਫੇਲ ਹੋ ਗਏ ਹਾਂ, ਪਰ ਉਹ ਫੇਲ ਹੋ ਕੇ ਵੀ ਸੈਕਿੰਡ ਹੀ ਆਏ, ਕਿਉਂਕਿ ਹਾਲਾਂਕਿ ਸੀ, ਕਿਉਂਕਿ ਵਿੱਚ ਕੋਈ ਸੀਗਾ ਹੀ ਨਹੀਂ। ਸੰਦੀਪ ਜੀ, ਇਹਦੇ 'ਚ ਇੱਕ ਬੜੀ ਅੱਛੀ ਗੱਲ ਹੈਗੀ ਹੈ ਕਿ ਜਦੋਂ ਇੰਡੀਆ ਆਜ਼ਾਦ ਹੋਇਆ ਉਸ ਤੋਂ ਬਾਅਦ ਅਸੀਂ ਇੰਡਸਟਰੀਲਾਈਜੇਸ਼ਨ ਦੇ ਵਿੱਚ ਆਏ ਤਾਂ ਬਾਈਸਾਈਕਲ ਇੰਡਸਟਰੀ ਦੇ ਵਿੱਚ ਗਰੋਥ ਸਟਾਰਟ ਹੋਈ। ਉਸ ਵੇਲੇ ਕੀ ਸੀਗਾ ਕਿ ਪਹਿਲੇ ਸਾਈਕਲ ਇੰਪੋਰਟ ਹੁੰਦਾ ਸੀਗਾ, ਤੇ ਜਦੋਂ ਇੱਥੇ ਇੰਡੀਆ 'ਚ ਮੈਨੂਫੈਕਚਰਿੰਗ ਹੋਣੀ ਸ਼ੁਰੂ ਹੋਈ ਤੇ ਇੰਡੀਆ ਦੇ ਵਿੱਚ ਮੈਨੂਫੈਕਚਰਰਸ ਦੀ ਉਸ ਵੇਲੇ ਚਾਂਦੀ ਸੀ ਇਨ ਟੋਟੈਲਿਟੀ ਦੇ ਵਿੱਚ। ਉਹਦੇ 'ਚ ਇਹ ਸੀਗਾ ਕਿ ਇੱਕ ਡੀਲਰ ਆ ਕੇ ਮੈਨੂਫੈਕਚਰ ਨੂੰ ਕਹਿੰਦਾ ਸੀਗਾ ਕਿ ਮੇਰੀਆਂ ਗੱਡੀਆਂ ਲਿਖੋ। ਸਾਈਕਲ ਨੂੰ ਗੱਡੀ ਦੇ ਰੂਪ ਦੇ ਵਿੱਚ ਕਿਹਾ ਜਾਂਦਾ ਸੀਗਾ, ਤਾਂ ਐਡਵਾਂਸ ਪੇਮੈਂਟ ਦੇ ਕੇ ਜਾਂਦਾ ਸੀਗਾ। ਤਾਂ ਸਨ 2000 ਤੱਕ ਇਹੀ ਪੋਜੀਸ਼ਨ ਕੰਟੀਨਿਊ ਰਹੀ ਹੈ, ਜਾਂ 1997 ਤੱਕ। ਇਹ ਜਿਹੜੀ ਪੋਜੀਸ਼ਨ ਹੈਗੀ ਹੈ ਕਿ ਜਿਹੜੀ ਸਾਡੀ ਇੱਥੋਂ ਇੰਡੀਆ ਦੀ ਜਿਹੜੇ ਡੀਲਰਸ ਨੇ ਉਹਨਾਂ ਦੀਆਂ ਅੱਖਾਂ ਜਦੋਂ ਖੁੱਲੀਆਂ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਯੂਥ ਹੈਗਾ ਜਦੋਂ ਉਹ ਇੰਡੀਆ ਤੋਂ ਬਾਹਰ ਨਿਕਲਿਆ, ਉਹ ਚਾਈਨਾ 'ਚ ਗਿਆ, ਤਾਈਵਾਨ 'ਚ ਗਿਆ, ਜਰਮਨੀ 'ਚ ਗਿਆ, ਫੇਅਰਸ ਅਟੈਂਡ ਕੀਤੇ, ਤਾਂ ਉਹਨੇ ਇਹ ਮਹਿਸੂਸ ਕੀਤਾ ਵੀ ਸਾਈਕਲ ਦੀ ਜਿਹੜੀ ਇੱਥੇ ਇੰਡੀਆ ਦੇ ਵਿੱਚ ਜਿਹੜਾ ਸਾਈਕਲ ਲੈ ਰਹੇ ਆ ਉਸ ਤੋਂ ਬੈਟਰ ਕੁਆਲਿਟੀ ਦੇ ਸਾਈਕਲ ਬਾਹਰ ਅਵੇਲੇਬਲ ਨੇ ਐਟ ਅ ਬੈਟਰ ਪ੍ਰਾਈਸ। ਤਾਂ ਜਦੋਂ ਉਹਨਾਂ ਨੇ ਇੰਪੋਰਟ ਕਰਕੇ ਆਪਣੇ ਆਪ ਨੂੰ ਰਿਵਿਊ ਕੀਤਾ ਤਾਂ ਸਨ 2000 ਤੋਂ ਬਾਅਦ ਜਿਹੜੇ ਡੀਲਰਸ ਨੇ ਉਹਨਾਂ ਨੇ ਇੰਡੀਅਨ ਜਿਹੜੇ ਮੈਨੂਫੈਕਚਰਰਸ ਨੇ ਉਹਨਾਂ ਨੂੰ ਉਨੀ ਵੇਟੇਜ ਨਹੀਂ ਦਿੱਤੀ, ਤੇ ਇੰਡੀਅਨ ਮੈਨੂਫੈਕਚਰਰਸ ਨੇ ਵੀ ਇਹ ਸੋਚਿਆ ਕਿ ਕਿਉਂ ਨਾ ਆਪਾਂ ਵੀ ਜਿਹੜੇ ਇਹ ਇੰਪੋਰਟ ਕਰਕੇ, ਜਾਂ ਅਸੀਂ ਚਾਈਨਾ ਤੋਂ ਆਪਾਂ ਬਾਂਗਲਾਦੇਸ਼ ਨਾਲ ਟਾਈ ਅਪ ਕਰੀਏ ਜਾਂ ਸ਼੍ਰੀਲੰਕਾ ਨਾਲ ਟਾਈ ਅਪ ਕਰੀਏ, ਜਿੱਥੇ ਫ੍ਰੀ ਟ੍ਰੇਡ ਨੇ। ਉਸ ਚੀਜ਼ ਦਾ ਕਈ ਲੋਕਾਂ ਨੇ ਉਸ ਚੀਜ਼ ਦੀ ਮੂਵਮੈਂਟ ਕਰਾਈ, ਤਾਂ ਉੱਥੋਂ ਮਟੀਰੀਅਲ ਲੈ ਕੇ ਇੰਡੀਆ ਦੀ ਮਾਰਕੀਟ ਦੇ ਵਿੱਚ ਦੇਣਾ ਸ਼ੁਰੂ ਕੀਤਾ, ਤੇ ਮੈਨੂਫੈਕਚਰਰਸ ਬਿਕੇਮ ਦਾ ਟ੍ਰੇਡਰਸ। ਸੋ ਸਿੱਧੇ ਲਫ਼ਜ਼ਾਂ 'ਚ ਆਪਾਂ ਇਹ ਕਹਿ ਰਹੀਏ ਕਿ ਜਿਹੜੇ ਸਾਡੇ ਮਾਨ ਸੀਗੇ, ਜਿਹੜੇ ਵੱਡੇ ਮੇਨ OEMs ਹੈਗੇ ਆ, ਉਹਨਾਂ ਨੇ ਟੈਕਨੋਲੋਜੀ ਨੂੰ ਅਪਗ੍ਰੇਡ ਕਰਨ ਦੀ ਬਜਾਏ ਉਸ ਵੇਲੇ ਖੁਦ ਇੰਪੋਰਟਰ ਬਣ ਗਏ ਔਰ ਖੁਦ ਖੂਬ ਚੰਗੀ ਮੁਨਾਫਾਖੋਰੀ ਕੀਤੀ। ਦੇਖੋ, ਇਹ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ। ਉੱਥੇ ਉਸ ਵੇਲੇ ਕਈ ਜਣੇ ਵਿੱਚ ਹੋਰ ਐਡ ਆਨ ਹੋਏ। ਅਸੀਂ ਇਹ ਨਹੀਂ ਕਹਿ ਸਕਦੇ ਕਿਸੇ ਨੂੰ ਪਿਨ ਪੁਆਇੰਟ ਕਰਕੇ ਕਿ ਜਿਹੜੇ ਵੱਡੇ ਮੈਨੂਫੈਕਚਰਰਸ ਨੇ ਉਹ ਟ੍ਰੇਡਰ ਬਣ ਗਏ ਨਾ, ਦਿਸ ਇਜ਼ ਰੋਂਗ। ਪਰ ਜਿਹੜੇ ਇੰਡਸਟਰੀ ਦੇ ਲੀਡਰ ਹੁੰਦੇ ਆ, ਟ੍ਰੈਂਡ ਤਾਂ ਉਹਨਾਂ ਨੂੰ ਦੇਖ ਕੇ ਸੈਟਲ ਹੁੰਦਾ। ਦੇਖੋ, ਟ੍ਰੈਂਡ ਸੈਟਲ ਉਸ ਵੇਲੇ ਕੀ ਸੀਗਾ ਕਿ ਇੱਕ ਭੇਡ ਚਾਲ ਚੱਲ ਗਈ ਕਿ
ਜਿਹੜੇ ਬੰਦਿਆਂ ਨੇ ਜਦੋਂ ਜਾ ਕੇ ਗਲੋਬਲ ਮਾਰਕੀਟ ਦੇ ਵਿੱਚ ਰਿਵਿਊ ਕੀਤਾ, ਜਦੋਂ ਤਾਈਵਾਨ 'ਚ ਜਾ ਕੇ ਦੇਖਿਆ ਜਾਂ ਚਾਈਨਾ 'ਚ ਜਾ ਕੇ ਦੇਖਿਆ ਵੀ ਸਾਈਕਲ ਸਾਨੂੰ ਮਿਲ ਸਕਦਾ ਹੈ, ਇਸ ਰੇਟ ਤੇ ਮਿਲ ਸਕਦਾ ਹੈ, ਬੈਟਰ ਕੁਆਲਿਟੀ ਦਾ ਮਿਲ ਸਕਦਾ ਹੈ, ਉਹ ਚਾਈਨਾ ਜਦੋਂ ਉਹਨੂੰ ਪਤਾ ਹੈ ਕਿ ਅੰਡਰ ਦੀ ਬਿਲਿੰਗ ਐਂਡ ਆਲ ਦੈਟ, ਉਹ ਸਾਰੀਆਂ ਚੀਜ਼ਾਂ ਸੀ। ਤੇ ਜਿਹੜੇ ਇਹੋ ਜਿਹੇ ਪਲੇਅਰ ਸੀਗੇ ਜਿਨ੍ਹਾਂ ਦਾ ਕੰਮ ਹੀ ਸਿਰਫ ਇਹ ਸੀਗਾ ਕਿ ਉਹਨਾਂ ਨੇ ਪੈਸੇ ਬਣਾਉਣੇ ਨੇ, ਉਹ ਕੁਝ ਵਿੱਚ ਐਡ ਆਨ ਹੋਏ, ਮਾਰਕੀਟ ਨੂੰ ਐਕਸਟੈਂਡ ਹੋ ਗਿਆ, ਉਹ ਐਕਸਟੈਂਡ ਹੋ ਗਏ, ਇੱਕ ਨੂੰ ਦੇਖ ਕੇ ਦੂਜਾ, ਦੂਜੇ ਨੂੰ ਦੇਖ ਕੇ ਤੀਜਾ, ਅਲਟੀਮੇਟਲੀ ਕੀ ਹੈ, ਉਸੇ ਪਾਣੀ ਦੇ ਵਿੱਚ ਰਹਿਣਾ ਨਾ। ਮਾਰਕੀਟ ਤੇ ਇੰਡੀਆ ਦੀ ਉਹੀ ਹੈ, ਤਾਂ ਉਸੇ ਮਾਰਕੀਟ ਦੇ ਵਿੱਚ ਕਈ ਲੋਕਾਂ ਨੇ ਆਪਣਾ ਮੌਕਾ ਦੇਖਿਆ, ਸ਼ਾਰਟ ਟਰਮ ਗੇਨਸ ਦੇਖੇ, ਤੇ ਸ਼ਾਰਟ ਟਰਮ ਗੇਨ ਕਰਕੇ ਇਹ ਇਸ਼ੂਜ਼ ਕ੍ਰੀਏਟ ਹੋਏ ਜੀ। ਮਤਲਬ OEMs ਨੇ ਪਹਿਲ ਕਦਮੀ ਨਾ ਕਰਦੇ ਹੋਏ, ਜਿਹੜਾ ਉਹਨਾਂ ਦੀ ਪਹਿਲ ਕਦਮੀ ਨਾ ਕਰਨਾ ਜਾਂ ਮੌਕੇ ਦੀ ਨਜ਼ਾਕਤ ਨੂੰ ਨਾ ਸਮਝਣਾ ਹੀ ਅੱਜ ਸਾਈਕਲ ਇੰਡਸਟਰੀ ਲਈ ਘਾਤਕ ਹੋਇਆ ਹੋਇਆ। ਆਪਾਂ ਇਹਨੂੰ ਇਦਾਂ ਕਹਿ ਸਕਦੇ ਹਾਂ। ਦੇਖੋ, ਇਹਨੂੰ ਇੱਕ ਅਸੀਂ ਇਹ ਕਹਿ ਸਕਦੇ ਹਾਂ ਕਿ ਬਲੈਸਿੰਗ ਇਨ ਡਿਸਗਾਈਜ਼ ਵੀ ਕਹਿ ਸਕਦੇ ਹਾਂ ਕਿ ਜੇ ਅੱਜ ਇਹ ਚੀਜ਼ ਹੋਈ ਹੈ ਤਾਂ ਸਾਨੂੰ ਘੱਟੋ ਘੱਟ ਇੱਕ ਸਬਕ ਮਿਲਿਆ ਜੀ। ਉਹ ਸਬਕ ਦੇ ਨਾਲ ਅਸੀਂ ਲਰਨਿੰਗ ਕਰੀਏ ਆਪਣੇ ਉਸੇ ਜਿਹੜੇ ਕੁਆਲਿਟੀ ਦੇ ਪ੍ਰੋਡਕਟਸ ਹੁਣ ਇੱਥੇ ਬੰਨੇ ਕੁਝ ਸ਼ੁਰੂ ਵੀ ਹੋ ਗਏ ਨੇ, ਤੇ ਉਹ ਜਦੋਂ ਉਹ ਪ੍ਰੋਡਕਟ ਬੰਨੇ ਸ਼ੁਰੂ ਹੋਏ ਤਾਂ ਅਸੀਂ ਗਲੋਬਲ ਸਟੈਂਡਰਡਸ ਨੂੰ ਫੋਲੋ ਕਰਦੇ ਹੋਏ ਆਪਣੇ ਪ੍ਰੋਡਕਟਸ ਦੀ ਕੁਆਲਿਟੀ ਬਣਾ ਕੇ, ਨਾ ਕਿ ਅਸੀਂ 1.5 ਕਰੋੜ ਦੀ ਮਾਰਕੀਟ ਨੂੰ ਦੇਖੀਏ, ਅਸੀਂ 30 ਕਰੋੜ ਦੀ ਮਾਰਕੀਟ ਨੂੰ ਦੇਖੀਏ। ਲੈਟ ਅਸ ਮੂਵ ਫਾਰਵਰਡ ਇਨ ਅ ਪੋਜ਼ਿਟਿਵ ਡਾਇਰੈਕਸ਼ਨ ਐਂਡ ਗੋ ਹੈਡ ਕਿ ਜਿਹੜਾ ਦਰਵਾਜ਼ਾ ਬੰਦ ਹੋ ਚੁੱਕਿਆ ਉਹਨੂੰ ਅਸੀਂ ਨਾ ਦੇਖੀਏ। ਇਸ ਵੇਲੇ ਜਿਹੜਾ ਦਰਵਾਜ਼ਾ ਸਾਡੇ ਵਾਸਤੇ ਓਪਨ ਹੋਣ ਨੂੰ ਬੈਠਾ ਹੋਇਆ ਹੈ, ਜਿੱਥੇ ਅਸੀਂ ਜਾ ਸਕਦੇ ਹਾਂ। ਲੈਟ ਅਸ ਮੂਵ ਟੂਵਰਡਸ, ਜਿਸ ਤਰ੍ਹਾਂ ਕਿ ਆਪਾਂ ਸ਼ਾਰਟ ਟਰਮ ਗੇਮ ਦੇਖੇ ਨੇ, ਇਸ ਤਰ੍ਹਾਂ ਇਹ ਲੌਂਗ ਟਰਮ ਗੇਮ ਦੇ ਉੱਤੇ ਕੰਮ ਕਰੀਏ ਤੇ ਮੂਵ ਫਾਰਵਰਡ ਕਰੀਏ। ਸਾਈਕਲ ਇਜ਼ ਅ ਗ੍ਰੇਟ ਫਿਊਚਰ। ਪਰ ਅਸੀਂ ਪਿਛਲੇ ਦਿਨ ਹੀ ਗੱਲਬਾਤ ਕੀਤੀ ਸੀ ਚਰਨਜੀਤ ਸਿੰਘ ਵਿਸ਼ਕਰਮਾ ਜੀ ਨਾਲ, ਜਿਹੜੇ ਕਿ ਉਸ ਮੰਥਨ ਮੀਟਿੰਗ 'ਚ ਵੀ ਸੀਗੇ ਤੇ ਤੁਹਾਡੇ ਅੱਛੇ ਕੁਲੀਗ ਵੀ ਹੈ ਔਰ UCPMA ਦੇ ਐਕਸ ਪ੍ਰੈਜ਼ੀਡੈਂਟ ਵੀ ਰਹੇ ਨੇ। ਸੋ ਉਹਨਾਂ ਨੇ ਕੁਝ ਖੁਲਾਸੇ ਕੀਤੇ ਸੀ। ਉਹਨਾਂ ਨੇ ਕਿਹਾ ਸੀਗਾ ਕਿ ਅੱਜ ਹਾਲਾਤ ਇੱਦਾਂ ਦੇ ਹੋ ਚੁੱਕੇ ਹੈ ਕਿ ਅਸੀਂ ਟੈਕਨੋਲੋਜੀ ਵੱਡੇ OEMs ਨੇ ਅਪਗ੍ਰੇਡ ਕੀਤੀ ਨਹੀਂ। ਹਾਲਾਤ ਇਹ ਹੈ ਕਿ ਜਿਹੜੇ ਮੈਨੂਫੈਕਚਰਰ, ਚਲੋ OEMs ਆਪਣੇ ਆਪ ਨੂੰ ਸਰਵਾਈਵ ਕਰ ਜਾਣਗੇ ਕਿਉਂਕਿ ਦੇ ਮੇਡ ਅ ਲੋਟ ਆਫ ਮਨੀ, ਸੋ ਪਰ ਮੈਨੂਫੈਕਚਰਰ ਜਿਹੜੇ ਪਾਰਟ ਮੈਨੂਫੈਕਚਰਰ ਹੈ ਉਹ ਵੀ ਸਰਵਾਈਵਰ ਕਰ ਰਿਹਾ। ਪੂਰੀ ਇੰਡਸਟਰੀ ਕੁਐਸਚਨ ਮਾਰਕ ਤੇ ਆ ਗਈ ਹੈ। ਹਾਲਾਤ ਇੱਦਾਂ ਦੇ ਹੈ ਕਿ ਜੇ ਗੱਲਬਾਤ ਕਰੀਏ ਤਾਂ ਉਹਨਾਂ ਦਾ ਸਿੱਧਾ ਆਰੋਪ ਲਗਾਇਆ ਕਿ ਵੱਡੀ ਇੰਡਸਟਰੀਆਂ ਨੇ ਅੱਜ ਕਿਤੇ ਨਾ ਕਿਤੇ ਪਹਿਲ ਕਦਮੀ ਨਹੀਂ ਕੀਤੀ, ਟੈਕਨੋਲੋਜੀ ਅਪਗ੍ਰੇਡ ਨਹੀਂ ਕੀਤੀ, ਤੇ ਹਾਲਾਤ ਇਹ ਹੈ ਕਿ ਸਾਈਕਲ ਇੰਡਸਟਰੀ ਪੂਰੀ ਦਾਅ ਤੇ ਲੱਗ ਗਈ ਹੈ, ਖਤਮ ਹੋਣ ਤੇ ਆ ਗਈ ਹੈ। ਦੇਖੋ, ਉਹਨਾਂ ਨੇ ਆਪਣੇ ਦਿਲ ਦੀ ਗੱਲ ਜਾਂ ਉਹਨਾਂ ਨੇ ਜੋ ਕਲੈਰਿਟੀ ਕੀਤੀ, ਉਹ ਸਾਡੇ ਸੀਨੀਅਰ ਹੈਗੇ ਨੇ ਤੇ ਅਸੀਂ ਉਹਨਾਂ ਨੂੰ ਅੱਜ ਵੀ ਆਪਣਾ ਲੀਡਰ ਹੀ ਸਮਝਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਖੜੇ ਹੁੰਦੇ ਹਾਂ, ਉਹ ਸਾਡੇ ਨਾਲ ਖੜੇ ਹੁੰਦੇ ਨੇ। ਉਹ ਜਿਹੜਾ ਉਹਨਾਂ ਨੇ ਆਪਣੀ ਦਿਲ ਦੀ ਭਾਵਨਾ ਸ਼ੇਅਰ ਕੀਤੀ, ਉਹਦੇ 'ਚੋਂ ਕੁਛ ਨਾ ਕੁਛ ਸੱਚਾਈ ਕੁਛ ਹੈਗੀ ਹੈ। ਬਟ ਇੱਕ ਉਹ ਨਾ ਰੁੱਖ ਸੀਗਾ, ਜਦੋਂ ਹਰ ਇੱਕ ਬੰਦਾ, ਜਿਵੇਂ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਕਿ ਇੱਕ ਸ਼ਾਰਟ ਟਰਮ ਗੇਨ ਨੂੰ ਦੇਖਦੇ ਹੋਏ ਕਈ ਨਵੇਂ ਪਲੇਅਰਸ ਨੇ ਜਨਮ ਲਿਆ। ਮਾਰਕੀਟ ਤੇ 1.5 ਕਰੋੜ ਦੀ ਹੀ ਹੈ। ਅਲਟੀਮੇਟਲੀ ਉਹ 1.5 ਕਰੋੜ ਦੇ ਵਿੱਚ ਸੈਚੂਰੇਸ਼ਨ ਆ ਗਈ। ਉਸ ਸੈਚੂਰੇਸ਼ਨ ਦੇ ਵਿੱਚ ਜੇ ਚਾਈਨਾ ਤੋਂ, ਤਾਈਵਾਨ ਤੋਂ, ਬੰਗਲਾਦੇਸ਼ ਤੋਂ, ਸ਼੍ਰੀਲੰਕਾ ਤੋਂ ਮਟੀਰੀਅਲ ਆਣੇ ਸ਼ੁਰੂ ਹੋਏ ਜਾਂ ਉਹਨਾਂ ਦੇ ਉਹ ਪਾਰਟਸ ਉਹਦੇ ਵਿੱਚ ਅੱਛੀ ਕੁਆਲਿਟੀ ਦੇ ਆ ਗਏ ਤੇ ਅੰਡਰ ਦੀ ਬਿਲਿੰਗ ਕਰਕੇ ਵੀ ਆ ਗਏ ਜਾਂ ਕਿਸੇ ਤਰ੍ਹਾਂ ਵੀ, ਕਿਉਂਕਿ ਸਾਡੇ ਗਵਰਨਮੈਂਟ ਦੀ ਜਿਹੜੀਆਂ ਪਾਲਿਸੀਜ਼ ਨੇ ਉਹ ਇੰਨੀਆਂ ਲਿਬਰਲ ਹੈਗੀਆਂ ਸੀਗੀਆਂ ਕਿ ਜਿਹਦੇ ਵਿੱਚ ਕਿ ਮਤਲਬ ਉਹੋ ਜਿਹੇ ਕੰਮ ਹੋ ਗਏ ਤੇ ਪ੍ਰਾਈਸ ਜਿਹੜੀ ਹੈਗੀ ਹੈ ਉਹ ਇੱਕ ਉਸ ਲੈਵਲ ਤੇ ਰਹੀ ਕਿ ਜਿਹੜੇ ਇੰਡੀਅਨ ਮੈਨੂਫੈਕਚਰਰਸ ਨੇ ਉਹਨਾਂ ਦੇ ਉੱਤੇ ਝਟਕਾ ਪਿਆ। ਉਹ ਅੱਜ ਵੀ ਝਟਕਾ ਹੈਗਾ। ਅਸੀਂ ਗਵਰਨਮੈਂਟ ਨੂੰ ਤਾਕੀਦ ਕਰਦੇ ਹਾਂ ਵੀ ਘੱਟੋ ਘੱਟ ਇਹਨਾਂ ਚੀਜ਼ਾਂ ਦੇ ਉੱਤੇ ਰੋਕਥਾਮ ਕਰੋ ਕਿ ਵੇਟਡ ਐਵਰੇਜ ਦੇ ਉੱਤੇ, ਮਤਲਬ ਆਪਣੇ ਪਰ ਕੇਜੀ ਰੇਟ ਦੇ ਉੱਤੇ ਘੱਟੋ ਘੱਟ ਜਿਹੜੇ ਨੇ ਕਸਟਮ ਡਿਊਟੀਜ਼ ਨੂੰ ਉਹਨੂੰ ਰਿਵਿਊ ਕੀਤਾ ਜਾਏ ਤਾਂ ਕਿ ਕੋਈ ਅੰਡਰ ਬਿਲਿੰਗ ਵਗੈਰਾ ਨਾ ਹੋ ਸਕੇ। ਮੋਰ ਓਵਰ ਜਿਹੜੇ ਇੱਥੇ ਮਟੀਰੀਅਲ ਮੈਨੂਫੈਕਚਰਰ ਹੋ ਰਹੇ ਨੇ ਉਹ 2 ਨੰਬਰ 'ਚ ਨਾ ਵਿਕਣ ਜਾਂ ਘੱਟ ਰੇਟ ਤੇ ਅੰਡਰ ਬਿਲਿੰਗ ਕਰਕੇ ਨਾ ਵਿਕਣ, ਤਾਂ ਕਿ ਜਿਹੜੀ ਐਕਚੁਅਲ ਇੰਡਸਟਰੀ ਹੈ ਉਹਦੀ ਗਰੋਥ ਪਾਥ ਦੇ ਉੱਤੇ ਆ ਸਕੇ। ਸਰ, ਇਸ 'ਚ ਕਿੰਨੀ ਕੁ ਸੱਚਾਈ ਹੈ ਕਿ ਅੱਜ ਦੀ ਜਿਹੜੇ ਵੱਡੇ ਇੰਡੀਅਨ ਸਾਈਕਲ ਇੰਡਸਟਰੀਜ਼ ਹੈ, ਵੱਡੀਆਂ ਕੰਪਨੀਆਂ ਹੈਗੀਆਂ, ਉਹ ਸਿਰਫ ਟੈਂਡਰ ਦੀ ਮੁਹਤਾਜ ਰਹਿ ਗਈਆਂ ਸਰਕਾਰੀ? ਜੇ ਗੱਲਬਾਤ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਜੇ 100 ਸਾਈਕਲ ਵੇਚੇ ਜਾਂਦੇ ਹੈ ਤੇ 100 ਦੇ ਵਿੱਚੋਂ ਸ਼ਾਇਦ 80 ਸਾਈਕਲ ਸਿਰਫ ਟੈਂਡਰਾਂ 'ਚ ਹੀ ਜਾਂ 90 ਸਾਈਕਲ ਸਿਰਫ ਟੈਂਡਰਾਂ 'ਚ ਹੀ ਵਿਕ ਰਹੇ, ਬਾਕੀ ਤਾਂ ਸਿਰਫ ਖਾਨਾ ਪੂਰਤੀ ਹੈ। ਦੇਖੋ, ਐਸਾ ਹੈ ਕਿ ਟੈਂਡਰ ਦੇ ਵਿੱਚ ਇੱਕ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਐਜੂਕੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਸਾਡੀ ਬਿੱਟੀਆਂ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਦੇ ਵਾਸਤੇ ਕਈ ਗਵਰਨਮੈਂਟਸ ਨੇ ਇਹ ਸਕੀਮਸ ਦਿੱਤੀਆਂ ਹੋਈਆਂ ਕਿ ਅਸੀਂ ਵੂਮਨ ਐਜੂਕੇਸ਼ਨ, ਚਿਲਡਰਨ ਐਜੂਕੇਸ਼ਨ ਦੇ ਉੱਤੇ ਕੰਮ ਕਰੀਏ ਤੇ ਸਾਈਕਲਸ ਦੀ ਇੱਕ ਟੈਂਡਰ ਦੀ ਪ੍ਰਥਾ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀ ਹੈ।
ਠੀਕ ਹੈਗੀ ਹੈ, ਬਟ ਇਹ ਹੁਣ ਡਿਪੈਂਡੈਂਸੀ ਸਾਡੀ ਇੰਡਸਟਰੀ ਦੀ ਨਾਰਮਲੀ ਇਹਦੇ ਉੱਤੇ ਹੋ ਗਈ ਹੈ, ਕਿਉਂਕਿ ਜਿਹੜਾ ਇਸ ਤੋਂ ਇਲਾਵਾ ਸਾਈਕਲ ਵਿਕਦਾ ਹੈ, ਜਿਹੜਾ MTB ਸਾਈਕਲ ਹੈਗਾ, ਉਹਨੇ ਆਪਣੀ ਇੱਕ ਜਗ੍ਹਾ ਬਣਾਈ ਹੋਈ ਹੈ। ਇੱਕ ਦੇਖੋ ਰੇਂਜ ਜੇ ਆਪਾਂ ਗੱਲ ਕਰੀਏ, ਇੱਕ ਚਿਲਡਰਨ ਬਾਈਸਾਈਕਲ ਹੈ, ਇੱਕ ਜਿਹਨੂੰ ਆਪਾਂ ਬਲੈਕ ਤੇ ਗ੍ਰੀਨ ਸਾਈਕਲ ਕਹਿੰਦੇ ਹਾਂ, ਜਿਹਨੂੰ ਅਸੀਂ ਟੈਂਡਰ ਦਾ ਸਾਈਕਲ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ, ਰੋਡਸਟਰ ਜਿਹਨੂੰ ਮਾਡਲ ਕਹਿੰਦੇ ਆ, ਤੇ ਤੀਸਰਾ MTB ਸਾਈਕਲ ਹੈ, ਤੇ ਚੌਥਾ ਜਿਹੜਾ ਹੈ ਹਾਈ ਐਂਡ ਬਾਈਸਾਈਕਲਸ ਹੈ। ਹਰ ਇੱਕ ਸੈਗਮੈਂਟ ਦੇ ਵਿੱਚ ਜੇ ਹੁਣ ਬਾਈਸਾਈਕਲ ਸੈਗਮੈਂਟ ਹੈ ਰਿਗਾਰਡਿੰਗ ਚਿਲਡਰਨ, ਉਹਨੇ ਜਿਹੜਾ ਹੈਗਾ ਉਹ ਨਾਰਮਲੀ ਹੁਣ ਜਿੰਨਾ ਵੀ ਚਿਲਡਰਨ ਬਾਈਸਾਈਕਲ ਹੈ ਉਹ ਅਨਰੈਕਗਨਾਈਜ਼ਡ ਮੈਨੂਫੈਕਚਰਰਸ ਕੋਲੋਂ ਆ ਗਿਆ ਜੀ, ਕਿਉਂਕਿ ਦੇਰ ਇਜ਼ ਅ ਪ੍ਰਾਈਸ ਡਿਫਰੈਂਸ। ਬੱਚਿਆਂ ਦੇ ਸਾਈਕਲ ਦੇ ਵਿੱਚ ਕੀ ਹੈਗਾ ਕਿ ਅੱਜ ਬੱਚੇ ਨੇ ਸਾਈਕਲ ਲਿਆ ਤੇ 6 ਮਹੀਨੇ ਉਹਨੇ ਚਲਾਉਣਾ ਜਾਂ 1 ਸਾਲ ਚਲਾਉਣਾ, ਇੰਨੀ ਕੁ ਉਹਦੀ ਲਾਈਫ ਹੁੰਦੀ ਹੈ, ਤੇ ਉਹਦੇ ਵਿੱਚ ਕੀ ਹੈਗਾ ਕਿ ਇਸ ਚੀਜ਼ ਨੂੰ ਇੰਨਾ ਜ਼ਿਆਦਾ ਕੁਆਲਿਟੀ ਦੇ ਪੱਖ ਦੇ ਵਿੱਚ ਨਹੀਂ ਦੇਖਿਆ ਜਾਂਦਾ, ਬਟ ਦੇਖਿਆ ਜਾਣਾ ਚਾਹੀਦਾ ਹੈ। ਸਾਡੇ ਬੱਚੇ ਵੀ ਉਨਾ ਹੀ ਸੁਰੱਖਿਅਤ ਹੋਣੇ ਚਾਹੀਦੇ ਨੇ, ਬਟ ਕੀ ਹੈਗਾ ਕਿਉਂਕਿ ਸਾਡੇ ਇੱਥੋਂ ਦੀ ਜਿਹੜੀ ਸਾਡੀ ਇਕੋਨਮੀ ਹੈ ਉਹਦੇ ਵਿੱਚ ਜਦੋਂ ਮਾਪਿਓ ਦੇ ਉੱਤੇ ਬੋਝ ਪੈਂਦਾ, ਉਹ ਤਾਂ ਬੱਚਾ ਜਦੋਂ ਜਾਂਦਾ ਹੈ ਜਿੱਦ ਫੜ ਲੈਂਦਾ, ਤਾਂ ਅਲਟੀਮੇਟਲੀ ਅਗਲਾ ਹੀ ਕਹਿੰਦਾ ਚਲੋ ਠੀਕ ਹੈ ਜੀ, ਇਹ ਕੋਈ ਨਹੀਂ, ਇਹ 1200 ਦਾ ਸਾਈਕਲ ਹੈਗਾ, ਤੇ ਜੇ ਇੱਕ ਬ੍ਰਾਂਡਡ ਸਾਈਕਲ 2500 ਦਾ ਹੈਗਾ, ਤਾਂ ਬਟ ਨੇ ਚਲੋ 1200-1300 ਸਾਈਕਲ ਦੇ ਕੇ ਬੱਚੇ ਨੂੰ ਖੁਸ਼ ਕਰ ਦਿੰਦੇ ਨੇ। ਤੇ ਐਸੇ ਚੀਜ਼ ਨੂੰ ਹੀ ਪੱਖ ਨੂੰ ਦੇਖਦੇ ਹੋਏ ਕਿ ਇਹ ਸਾਈਕਲ ਦੀ ਗਰੋਥ ਜਿਹੜੀ ਹੈ ਉਹ ਹੋ ਗਈ ਹੈ ਅਨਰੈਕਗਨਾਈਜ਼ਡ ਸੈਕਟਰ ਦੇ ਵਿੱਚ, ਤੇ ਜਿਹੜੇ OEMs ਦੇ ਵਿੱਚੋਂ ਚਿਲਡਰਨ ਬਾਈਸਾਈਕਲ ਦਾ ਜਿਹੜੀ ਕੁਆਂਟੀਟੀ ਕਾਫੀ ਜ਼ਿਆਦਾ ਘਟ ਗਈ। ਹੁਣ ਆ ਜਾਈਏ ਆਪਾਂ ਰੋਡਸਟਰ ਬਾਈਸਾਈਕਲ ਦੇ ਉੱਤੇ। ਰੋਡਸਟਰ ਜਿਹੜਾ ਬਾਈਸਾਈਕਲ ਹੈਗਾ, ਮੋਸਟ ਆਫ ਦਾ ਰੋਡਸਟਰ ਬਾਈਸਾਈਕਲ ਜਿਹੜਾ ਉਹ ਵਿਕਦਾ, ਉਹ ਗਵਰਨਮੈਂਟ ਦੀ ਜਿਹੜੀਆਂ ਸਕੀਮਸ ਹੈਗੀਆਂ, ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ, ਉਹਦੇ ਵਿੱਚ ਮੇਜਰ ਉਹਦਾ ਰੋਲ ਹੈਗਾ। ਤੀਸਰਾ ਆ ਜਾਂਦਾ MTB ਸਾਈਕਲ, ਜਿਹੜਾ ਕਿ ਰੇਂਜ ਜਿਹੜੀ ਤਕਰੀਬਨ ਕੋਈ ਜਿਵੇਂ 3500 ਤੋਂ 5000 ਤੱਕ ਦਾ ਸਾਈਕਲ ਹੈਗਾ, ਜਿਹਨੂੰ ਪਹਿਲੇ ਆਪਾਂ ਰੇਂਜਰ ਕਹਿੰਦੇ ਸੀਗੇ, ਵੈਸੇ MTB ਬਾਈਸਾਈਕਲਸ ਦੀ ਆਪਾਂ ਗੱਲ ਕਰੀਏ, ਉਹਦਾ ਜ਼ਰੂਰ ਉਹਦੀ ਇੱਕ ਡਿਮਾਂਡ ਹੈਗੀ ਹੈ। ਉਹਦੇ ਵਿੱਚ ਵੀ ਅਨਰੈਕਗਨਾਈਜ਼ਡ ਸੈਕਟਰ ਨੇ ਪ੍ਰਾਈਸ ਡਿਫਰੈਂਸ ਕਰਕੇ ਉਹਨੂੰ ਮਤਲਬ ਦੇਖੋ, ਜੇ ਹੁਣ ਅਸੀਂ ਕਹੀਏ ਵੀ ਅਸੀਂ ਥਿਕਨੈਸਿਸ ਦੇ ਵਿੱਚ ਪਲੇ ਕਰ ਲਈਏ, ਅਸੀਂ ਉਹਦੀ ਪਲੇਟਿੰਗ ਕੁਆਲਿਟੀ, ਉਹਦੀ ਪਿੰਟ ਕੁਆਲਿਟੀ ਉਹਨੂੰ ਹਲਕਾ ਕਰ ਲਈਏ, ਤਾਂ ਬਟ ਨੈਚੁਰਲ ਪ੍ਰਾਈਸ ਡਾਊਨ ਆਏਗੀ, ਕਿਉਂਕਿ ਇਹਦੇ ਵਿੱਚ ਇੰਡੀਆ ਦੇ ਵਿੱਚ ਹਾਲੇ ਤੱਕ ਸਾਈਕਲ ਨੂੰ ਸਟੈਂਡਰਡਾਈਜੇਸ਼ਨ ਦੇ ਉੱਤੇ ਨਹੀਂ ਲਿਆ ਗਿਆ। ਤਾਂ ਕਈ ਬੰਦਿਆਂ ਕੋਲੋਂ ਆ ਪਲੇ ਕਰਨ ਦੇ ਚਾਂਸਸ ਨੇ, ਤਾਂ ਉਹਦੇ ਵਿੱਚ ਉਹ ਆਪਣਾ ਪ੍ਰਾਈਸ ਘੱਟ ਕਰ ਰਹੇ ਨੇ, ਜਿਹਦੇ ਕਰਕੇ ਕੀ ਹੈਗਾ ਕਿ ਜਿਹੜੇ ਰੈਕਗਨਾਈਜ਼ਡ ਪਲੇਅਰ ਨੇ ਉਹਨਾਂ ਦਾ ਵੋਲਿਊਮ ਵੀ ਇਹਦੇ ਵਿੱਚ ਘੱਟ ਗਿਆ। ਸਰ ਤੁਸੀਂ ਬੜੇ ਮਜ਼ੇ ਹੋਏ ਖਿਡਾਰੀ ਹੈਗੇ ਹੋ, ਕਾਰੋਬਾਰੀ ਹੋ, ਅਸੀਂ ਅੱਜ ਦੇਖ ਲਿਆ। ਮੇਰਾ ਕੁਐਸਚਨ ਸਿੰਪਲ ਇੱਕ ਸੀਗਾ, ਇੱਕ ਲਾਈਨ ਦਾ, ਕਿ ਅੱਜ ਹਾਲਾਤ ਹੈਗੇ ਆ ਵੱਡੇ OEMs ਲੋਕ ਹੀ ਕਰ ਰਹੇ, ਤੁਹਾਡੇ ਆਪਸੀ ਕੁਲੀਗ ਹੀ ਦੱਸ ਰਹੇ ਕਿ ਇੱਕ ਕੰਪਨੀਆਂ ਦੇ ਹਾਲਾਤ ਇੱਦਾਂ ਦੇ ਹੋ ਗਏ, ਜੇ 100 ਸਾਈਕਲ ਵਿਕ ਰਹੇ ਤੇ ਉਹਦੇ ਵਿੱਚੋਂ 70 ਤੋਂ 80% ਸਾਈਕਲ ਜਿਹੜੇ ਆ ਉਹ ਸਿਰਫ ਰੋਡਸਟਰ ਹੀ ਵਿਕ ਰਹੇ ਆ, ਸਰਕਾਰੀ ਟੈਂਡਰਾਂ 'ਚ ਵਿਕ ਰਹੇ। ਜੇ ਕਹਿਣ ਦਾ ਮਤਲਬ ਜੇ ਸਰਕਾਰੀ ਟੈਂਡਰਾਂ 'ਚ ਸਾਈਕਲ ਨਾ ਜਾਣ ਤੇ ਸ਼ਾਇਦ ਉਹ 20% ਦਾ ਵੱਧ ਕੇ ਬਾਈ ਨੈਚੁਰਲ 30-40% ਤੱਕ ਹੀ ਰਹਿ ਜਾਣ, ਇਸ ਤੋਂ ਜ਼ਿਆਦਾ ਸੇਲ ਹੀ ਨਾ ਹੋਵੇ। ਨਹੀਂ, ਇਹਦੇ ਵਿੱਚ ਇਹ ਕਿਹਾ ਨਹੀਂ ਜਾ ਸਕਦਾ। ਪਿਛਲੇ ਮੈਂ ਦੇਖਣਾ ਕੋਈ ਕੁਝ ਸਾਲਾਂ ਤੋਂ TI ਨੇ ਅਜੇ ਤੱਕ ਟੈਂਡਰ 'ਚ ਪਾਰਟਿਸਿਪੇਟ ਨਹੀਂ ਕੀਤਾ ਜੀ। ਐਤਕੀ ਪਿਛਲੇ ਕੋਈ 6-7 ਮਹੀਨੇ ਦੇ ਵਿੱਚ ਜਦੋਂ ਅਸੀਂ ਦੇਖਿਆ ਕਿ ਲਾਸਟ ਤਾਮਿਲਨਾਡੂ ਦਾ ਟੈਂਡਰ ਸੀ, ਉਹਦੇ 'ਚ ਹੀਰੋ ਨੇ ਵੀ ਪਾਰਟਿਸਿਪੇਟ ਨਹੀਂ ਕੀਤਾ, ਤੇ ਸਰਵਾਈਵਲ ਤਾਂ ਉਹਨਾਂ ਦਾ ਵੀ ਹੈਗਾ। ਦੇ ਹੈਵ ਕ੍ਰੀਏਟਡ देयर ਓਨ ਮਾਰਕੀਟ, ਉਹ ਕਰ ਰਹੇ ਨੇ। ਕਿਹਾ ਜਾ ਰਿਹਾ ਕਿ ਇਹੋ ਜਿਹੀ ਕੰਪਨੀਆਂ, ਕੁਝ ਮੈਂ ਨਾਮ ਤਾਂ ਨਹੀਂ ਲਵਾਂਗਾ, ਕਿ ਜਿਹੜੀ ਕੰਪਨੀਆਂ 20,000 ਸਾਈਕਲ ਪਰ ਡੇ ਬਣਾਉਂਦੀਆਂ ਸੀ, ਅੱਜ ਹਾਲਾਤ ਇਹ ਹੋ ਗਏ ਕਿ ਉਹ ਸਿਰਫ 4,000, 3,000, 2,000 ਸਾਈਕਲ ਪਰ ਡੇ ਬਣਾ ਰਹੀਆਂ ਜਾਂ 6,000 ਬਣਾ ਰਹੀਆਂ ਹੋਣੀਆਂ। ਪਰ ਤੁਸੀਂ ਕਹਿ ਰਹੇ ਹੋ ਕਿ ਸਰਵਾਈਵ ਕਰ ਰਹੇ। ਗੱਲ ਸਰਵਾਈਵ ਦੀ ਤਾਂ ਸਰ ਇੱਦਾਂ ਕਿ ਉਹਨਾਂ ਕੋਲ ਇੰਨਾ ਕੁ ਪਿੱਛੇ ਗਰੁੱਪ ਇੰਨੇ ਕੁ ਵੱਡੇ ਹੈਗੇ ਆ ਕਿ ਸਰਵਾਈਵ ਤਾਂ ਉਹ ਕਰ ਹੀ ਜਾਣਗੇ। ਗੱਲ ਤਾਂ ਇਹ ਹੈ ਕਿ ਜੇ 20,000 ਸਾਈਕਲ ਉੱਦਾਂ ਵੇਚੇ ਜਾ ਰਹੇ ਸੀ, ਮੈਨੂਫੈਕਚਰ ਹੋ ਰਹੇ ਸੀ ਪਰ ਮੰਥ ਦੇ ਜਾਂ ਪਰ ਡੇ ਦੇ, ਤਾਂ ਕੀ ਅੱਜ ਵੀ ਉਹ ਟੈਂਡਰ ਛੱਡ ਕੇ 20,000 ਸਾਈਕਲ ਵੇਚ ਰਹੇ ਡਰਦੇ? ਉਹ ਤਾਂ ਤੁਹਾਡੇ ਲੋਕਾਂ ਦਾ ਹੀ ਵਰਸ਼ਨ ਹੈ। ਤੁਸੀਂ ਲੋਕੀ ਆਏ ਦਿਨ ਮੀਡੀਆ 'ਚ ਬਿਆਨ ਦਿੰਦੇ ਹੋ ਕਿ ਉਹ 4,000 ਤੇ ਰਹਿ ਗਿਆ, ਉਹ 3,000 ਤੇ ਰਹਿ ਗਿਆ, ਉਹ 2,000 ਤੇ ਰਹਿ ਗਿਆ। ਸੋ ਗੱਲ ਸਰਵਾਈਵਲ ਦੀ ਨਹੀਂ ਹੋ ਰਹੀ ਸਰ। ਪੈਸਾ ਹੈਗਾ ਤੇ ਸਰਵਾਈਵਲ ਤਾਂ ਕਰ ਹੀ ਲਓਗੇ। ਸਰ ਸੰਦੀਪ ਜੀ, ਮੈਂ ਫਿਰ ਤੁਹਾਨੂੰ ਇਹ ਕਹਿ ਰਿਹਾ ਕਿ 1.5 ਕਰੋੜ ਦੀ ਮਾਰਕੀਟ ਸੀ ਜਾਂ 2.25 ਕਰੋੜ ਦੀ ਮਾਰਕੀਟ ਹੈਗੀ ਹੈ, ਉਹ ਮਾਰਕੀਟ ਓਨੀ ਹੈਗੀ ਹੈ। ਚਲੋ ਬਟ ਉਹ ਸ਼ੇਅਰਸ ਡਿਵਾਈਡ ਹੋਏ ਨੇ। ਮੈਂ ਤਾਂ ਉਹੀ ਪੁੱਛ ਰਿਹਾ, ਚਲੋ ਸਿੱਧੇ ਸ਼ਬਦਾਂ 'ਚ ਪੁੱਛੀਏ, 1.5 ਕਰੋੜ ਦੀ ਮਾਰਕੀਟ ਸੀ, 1.5 ਕਰੋੜ ਅੱਜ ਵੀ ਹੈਗੀ ਹੈ। 1.5 ਕਰੋੜ 'ਚੋਂ ਟੈਂਡਰਾਂ 'ਚ ਕਿੰਨੇ ਹੈ ਤੇ ਦੂਜੀ ਆਮ ਮਾਰਕੀਟ 'ਚ ਕਿੰਨੇ? ਸਿੱਧਾ ਦੇਖੋ, ਮੋਟੀ ਜੀ ਗੱਲ ਕਰੀਏ ਤੇ ਜੇ ਇਹਦੇ 'ਚੋਂ ਲਾਈਏ ਤਕਰੀਬਨ ਕਿ 60 ਤੋਂ 70 ਲੱਖ ਦੇ ਕਰੀਬ ਜਿਹੜਾ ਹੈ ਉਹ ਗਵਰਨਮੈਂਟ ਟੈਂਡਰਸ ਦੇ ਵਿੱਚ ਜਾਂਦਾ ਹੈ, ਤੇ ਬਾਕੀ ਦਾ ਜਿਹੜਾ ਹੈਗਾ ਉਹ MTB ਹੈ ਜਾਂ ਹਾਈ ਐਂਡ ਬਾਈਸਾਈਕਲ ਹੈ। 50-50 ਕਹਿ ਰਹੇ ਹੋ ਇੱਕ ਤਰ੍ਹਾਂ ਦਾ, 50-50
ਮੋਟਾ ਜਿਹਾ ਕਿ ਕਿਹਾ ਜਾ ਸਕਦਾ ਐਗਜ਼ੈਕਟਲੀ ਮੇਰੇ ਕੋਲ ਫਿਗਰਸ ਇਸ ਵੇਲੇ ਨਹੀਂ ਮੈਂ ਸਰ ਰਫਲੀ ਜੀ 50-50 ਤਕਰੀਬਨ ਮਤਲਬ 50% ਸਾਈਕਲ ਟੈਂਡਰਾਂ ਤੇ ਹੀ ਸਾਡੀ ਸੇਲ ਹੈਗੀ ਹੈ। ਚਲੋ ਇਹ ਹੋ ਗਿਆ। ਹੁਣ ਵਿਸ਼ਕਰਮਾ ਜੀ ਨੇ ਇਹ ਵੀ ਆਰੋਪ ਲਗਾਏ ਨੇ ਕਿ ਹੁਣ ਹਾਲਾਤ ਇਦਾਂ ਦੇ ਵੀ ਹੋ ਗਏ ਹੈ, ਉਜਾਗਰ ਕੀਤਾ ਉਹਨਾਂ ਨੇ, ਖੁਲਾਸਾ ਕੀਤਾ, ਕਿਸੇ ਤੇ ਆਰੋਪ ਨਹੀਂ ਲਗਾਏ ਹੈ ਕਿ ਹੁਣ ਹਾਲਾਤ ਇਦਾਂ ਦੇ ਹੋ ਗਏ ਕਿ ਸੇਲ, ਜਿਵੇਂ ਤੁਸੀਂ ਵੀ ਦੱਸਿਆ ਕਿ ਮਾਰਕੀਟ 'ਚ ਇੱਕ ਡਾਊਨ ਟ੍ਰੈਂਡ ਹੈ, ਹਾਲਾਤ ਇਦਾਂ ਦੇ ਹੋ ਗਏ ਸਾਈਕਲ ਕੰਪਨੀਆਂ ਲਈ, ਵੱਡੀਆਂ ਲਈ, ਕਿ ਹੁਣ ਸਾਈਕਲ ਟੈਂਡਰਾਂ ਦੇ ਵਿੱਚ ਵੀ ਕੰਪੀਟੀਸ਼ਨ ਕਰਕੇ ਇੱਕ ਦੂਜੇ ਤੋਂ ਸਸਤੇ ਰੇਟ ਤੇ ਸਾਈਕਲ ਟੈਂਡਰ ਵੀ ਅਡਾਪਟ ਕੀਤੇ ਜਾ ਰਹੇ ਹੈ ਤੇ ਵੈਂਡਰਾਂ ਦੇ ਅੱਗੇ ਦਬਾਅ ਬਣਾਇਆ ਜਾ ਰਿਹਾ ਕਿ ਹੁਣ ਉਹ ਵੀ ਅੱਗੇ ਉਹਨਾਂ ਨੂੰ ਸਸਤੇ ਰੇਟ ਤੇ ਪਾਰਟਸ ਦਿੱਤੇ ਜਾਣ ਤੇ ਈਵਨ ਹਾਲਾਤ ਇਹ ਹੈ ਕਿ ਲਾਗਤ ਤੋਂ ਵੀ ਸਸਤੇ ਰੇਟ ਤੇ ਜਿਹੜੇ ਵੈਂਡਰਾਂ ਨੂੰ ਸਪਲਾਈ ਕਰਨੇ ਪੈ ਰਹੇ, ਨਹੀਂ ਤਾਂ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਇਨਡਾਇਰੈਕਟ ਵਿੱਚ ਇੱਦਾਂ ਦੀ ਗੱਲਾਂ ਧਮਕਾਇਆ ਜਾ ਰਿਹਾ ਜਾਂ ਦਬਾਅ ਬਣਾਇਆ ਜਾਂਦਾ ਕਿ ਜੇ ਟੈਂਡਰ ਤੋਂ ਇਲਾਵਾ ਜਿਹੜਾ ਦੂਸਰਾ ਆਰਡਰ ਹੈ ਫਿਰ ਤੁਹਾਨੂੰ ਉਹ ਵੀ ਨਹੀਂ ਮਿਲੇਗਾ ਜੇ ਤੁਸੀਂ ਨਹੀਂ ਸਪਲਾਈ ਕਰੋਗੇ ਤਾਂ। ਦੇਖੋ ਇਹ ਜਿਹੜੀ ਮਾਰਕੀਟ ਹੈਗੀ ਹੈ ਕਈ ਵਾਰੀ ਬਾਇਰਸ ਮਾਰਕੀਟ ਹੁੰਦੀ, ਕਈ ਵਾਰੀ ਸੈਲਰਸ ਮਾਰਕੀਟ ਹੁੰਦੀ ਹੈ ਜੀ। ਇਸ ਵੇਲੇ ਇਹ ਟੋਟਲੀ ਬਾਇਰ ਦੀ ਮਾਰਕੀਟ ਹੈਗੀ ਹੈ ਤੇ ਜਦੋਂ ਬਾਇਰ ਦੀ ਮਾਰਕੀਟ ਹੈ ਤੇ ਰੇਟ ਜਿਹੜੀ ਹੈ ਉਹ ਤੈਅ ਕਰਦੇ ਨੇ। ਅਸੀਂ ਹੁਣ ਉਹ ਵਾਲੀ ਚੀਜ਼ਾਂ ਦੇ ਉੱਤੇ ਨਹੀਂ ਕਹਿ ਸਕਦੇ ਜਿਹੜਾ ਅਸੀਂ ਪਹਿਲੇ ਜਿਹੜੇ ਫਾਰਮੂਲੇ ਸੀਗੇ ਕਿ ਠੀਕ ਹੈ ਰॉ ਮਟੀਰੀਅਲ ਲਿਆ ਹੈ, ਓਵਰਹੈਡ ਹੈ, ਪ੍ਰੋਫਿਟ ਹੈ, ਵੇ ਆ ਮੇਰਾ ਸੈਲਿੰਗ ਪ੍ਰਾਈਸ ਹੈ। ਦਿਸ ਕੈਨ ਨਾਟ ਬੀ ਡਿਸਾਈਡਡ ਨਾਓ। ਇਹ ਬਾਇਰਸ ਮਾਰਕੀਟ ਹੈ, ਬਾਇਰ ਦੀ ਮਾਰਕੀਟ ਦੇ ਵਿੱਚ ਆ ਚੀਜ਼ਾਂ ਪੋਸੀਬਲ ਹੈਗੀਆਂ ਜੀ। ਜਿਹੜੀ ਲਾਸਟ ਤੁਹਾਡੀ ਹੁਣੇ ਮੰਥਨ ਮੀਟਿੰਗ ਹੋਈ ਹੈ ਲਾਸਟ ਵੀਕ ਹੀ, ਜਿਹਦੇ ਵਿੱਚ ਕਾਫੀ ਕੁਝ 2-4 ਐਕਮਾ ਦੇ ਵੀ ਜਿਹੜੇ ਮੈਂਬਰ ਸੀਗੇ ਪਲੱਸ ਉਹ ਦੋਨੋਂ ਉਹਦੇ ਵਿੱਚ ਐਸੋਸੀਏਸ਼ਨਾਂ 'ਚ ਹੈ, ਮੈਨੂੰ ਯਾਦ ਹੋਵੇ ਤੇ ਉਸ ਦਿਨ ਅਸੀਂ ਵੀ ਸੁਣ ਰਹੇ ਸੀ, ਉਹਨਾਂ ਨੇ ਕਿਹਾ ਕਿ ਅਸੀਂ ਕੀ ਕਰੀਏ ਕਿ ਵੱਡੇ ਪਲੇਅਰਸ ਨੇ ਅੱਜ ਕਾਸਟਿੰਗ ਵਧਣ ਤੋਂ ਬਾਅਦ ਜਿਹੜੇ ਹੈਗੇ ਆ ਰੇਟ ਘਟਾਤੇ ਤੇ ਸਾਡੀ ਤਾਂ ਮਜਬੂਰੀ ਬਣ ਗਈ ਕਿ ਰੇਟ ਘਟਾਣੇ। ਸੋ ਮਤਲਬ ਸਰ ਉਹ ਜਿਹੜੇ ਪ੍ਰਾਈਸਿਸ ਨੇ ਉਹ ਬਾਇਰ ਡਿਸਾਈਡ ਕਰ ਰਿਹਾ ਹੈ। ਜੇ ਕੋਈ ਚੀਜ਼ ਆਪਾਂ ਬਾਜ਼ਾਰ ਦੇ ਵਿੱਚ ਲੈਣ ਜਾਂਦੇ ਆ, ਤੁਸੀਂ ਵੀ ਇੱਕ ਬਾਇਰ ਹੈਗੇ ਹੋ, ਤੁਸੀਂ ਕੰਜ਼ਿਊਮਰ ਦੇ ਵਿੱਚ ਐਜ਼ ਅ ਕੰਜ਼ਿਊਮਰ ਤੁਸੀਂ ਸੋਚੋ ਕਿ ਤੁਹਾਨੂੰ ਜੇ ਪ੍ਰਾਈਸ ਉਹ ਚੀਜ਼ ਮਿਲੇਗੀ ਤਾਂ ਤੁਸੀਂ ਉਹ ਲੋਗੇ ਨਾ, ਤੁਸੀਂ ਮਹਿੰਗਾ ਕਿਉਂ ਲੋਗੇ। ਇਸ ਵੇਲੇ ਮਾਹੌਲ ਇਹੋ ਜਿਹਾ ਚੱਲ ਰਿਹਾ, ਰਿਸੈਸ਼ਨ ਹੈਗਾ, ਤੁਸੀਂ ਇਕੱਲਾ ਇਸ ਸਾਈਕਲ ਇੰਡਸਟਰੀ ਦੇ ਵਿੱਚ ਨਹੀਂ, ਇਹ ਚੀਜ਼ਾਂ ਬਾਕੀ ਚੀਜ਼ਾਂ ਦੇ ਵਿੱਚ ਵੀ ਚੱਲ ਰਹੀਆਂ, ਬਟ ਚੀਜ਼ਾਂ ਇਹ ਗਲਤ ਨੇ, ਇਹ ਇਕਨੋਮੀ ਨੂੰ ਹਿੱਟ ਹੋ ਰਹੀ ਹੈ ਇਸ ਵੇਲੇ। ਮੈਂ ਆਪ ਇਸ ਚੀਜ਼ ਦਾ ਇੱਕ ਹੈਗਾ ਕਿ ਮੈਂ ਸਾਡਾ ਆਪਣਾ ਸਰਵਾਈਵਲ ਵੀ ਐਟ ਸਟੇਕ ਤੇ ਹੈਗਾ, ਬਟ the journey of 1000 miles starts with a single step. Let us move towards standardization, move towards global market, and future is yours. So ਆਖਰੀ ਸਵਾਲ ਹੈ ਸਰ ਕਿ ਜਿਹੜੀ ਇਹ ਸਾਰੀ ਸਿਚੁਏਸ਼ਨ ਆ ਗਈ ਹੈ ਕਿ ਅਨਆਰਗੇਨਾਈਜ਼ ਸੈਕਟਰ ਨੇ ਆਰਗੇਨਾਈਜ਼ ਨੂੰ ਬੁਰੀ ਤਰ੍ਹਾਂ ਹਿੱਟ ਕਰ ਦਿੱਤਾ ਹੈ, ਹਾਲਾਤ ਇੱਦਾਂ ਦੇ ਕਿ ਪੁਸ਼ਤੈਨੀ ਕਾਰੋਬਾਰ ਇੰਡਸਟਰੀਜ਼ ਦੇ ਵਿੱਚ ਸਰਵਾਈਵਲਸ ਦੇ ਕੁਐਸਚਨ ਮਾਰਕ ਲੱਗੇ ਹੋਏ ਹੈ। ਸੋ ਇਹ ਸਾਰੇ ਚੀਜ਼ਾਂ ਜੇ ਖਾਸ ਕਰਕੇ ਫਿਲਹਾਲ ਆਪਾਂ ਸਾਈਕਲ ਇੰਡਸਟਰੀ ਦੀ ਗੱਲ ਕਰੀਏ ਤਾਂ ਸਾਈਕਲ ਇੰਡਸਟਰੀ ਕਿਹੋ ਜਿਹੇ ਸਟੈਪ ਲੈ ਕੇ ਇਸ ਤੋਂ ਬਾਹਰ ਉੱਭਰ ਸਕਦੀ ਹੈ? ਦੇਖੋ ਉਹ ਇਹੀ ਹੈ ਕਿ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਕਿ ਉਹ ਸਟੈਂਡਰਡਾਈਜੇਸ਼ਨ ਦੇ ਉੱਤੇ ਜਾਵੇ, ਗਲੋਬਲ ਮਾਰਕੀਟ ਨੂੰ ਰਿਵਿਊ ਕਰੇ। ਜਿਵੇਂ ਕਿ ਤੁਸੀਂ ਦੇਖੋ ਵੀ ਇਹ ਹੀਰੋ ਨੇ ਸਾਈਕਲ ਵੈਲੀ ਦਾ ਇੱਕ ਬਹੁਤ ਵੱਡਾ ਪਲਾਂਟ ਲਗਾਇਆ, ਉਹਨੇ ਸਟੇਟ ਆਫ ਆਰਟ ਪਲਾਂਟ ਹੈ। ਈਵਨ ਸਾਈਕਲ ਨੇ ਆਪਣੇ ਅੰਦਰ ਇੰਨੀ ਜ਼ਿਆਦਾ ਡਿਵੈਲਪਮੈਂਟ ਕਰ ਲਈ ਹੈ ਕਿ ਈਵਨ ਉਹ ਸਸਪੈਂਸ਼ਨ ਫੋਕਸ ਵਗੈਰਾ ਅੰਦਰ ਬਣਾ ਰਹੇ ਨੇ। ਈਵਨ ਟਿਗ ਵੈਲਡਿੰਗ ਆਫ ਐਲੂਮੀਨੀਅਮ ਫਰੇਮਸ ਦੇ ਉੱਤੇ ਉਹਨਾਂ ਨੇ ਵੀ ਇੱਕ ਨਵਾਂ ਯੂਨਿਟ ਲਗਾਇਆ ਹੈ ਆਪਣਾ ਚੰਡੀਗੜ੍ਹ ਰੋਡ ਦੇ ਉੱਤੇ। TI ਸਾਈਕਲਸ ਵੀ ਇਸੇ ਤਰ੍ਹਾਂ ਈ ਵਹੀਕਲਸ ਦੇ ਉੱਤੇ ਕੰਮ ਕਰ ਰਿਹਾ। ਮਤਲਬ ਸਾਰੇ ਜਣੇ ਇਸ ਚੀਜ਼ ਦੇ ਉੱਤੇ ਕੰਮ ਕਰਦੇ ਪਏ ਨੇ, ਮਤਲਬ ਇੰਟਰਨੈਸ਼ਨਲ ਮਾਰਕੀਟ ਨੂੰ ਫੋਕਸ ਕਰ ਰਹੇ ਨੇ। ਇਹ ਹੈਗਾ ਕਿ ਇਸ ਵੇਲੇ ਆਪਾਂ ਨੂੰ ਬਹੁਤ ਫੀਲ ਹੋ ਰਿਹਾ ਕਿਉਂਕਿ ਦਰਵਾਜ਼ਾ ਅਸੀਂ ਉਹ ਬੰਦ ਦੇਖ ਰਹੇ ਹਾਂ ਜਿਹੜਾ ਕਿ ਰੋਡਸਟਰ ਸਾਈਕਲ ਦੇ ਉੱਤੇ ਸਾਡਾ ਦਿੱਕਤ ਆ ਰਹੀ ਹੈ। ਸਾਨੂੰ ਉਹ ਵਾਲੇ ਪਾਰਟਸ ਤੋਂ ਉੱਭਰ ਕੇ ਜਿਹੜੇ ਹਾਈ ਐਂਡ ਪਾਰਟਸ ਨੇ ਉਹਦੇ ਉੱਤੇ ਮੂਵ ਕਰਨਾ ਹੀ ਚਾਹੀਦਾ ਹੈ ਤਾਂ ਕਿ ਸਾਡੀ ਸਰਵਾਈਵਲ ਹੋ ਸਕੇ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸ ਟਾਈਮ ਇੰਡਸਟਰੀ ਟਰਾਂਸਫਾਰਮ ਤੇ ਆਲਰੇਡੀ ਫੋਕਸ ਕਰ ਰਹੀ ਹੈ ਔਰ ਟਰਾਂਸਫਾਰਮ ਤੇ ਲੱਗੀ ਹੋਈ ਹੈ। ਸੋ ਟਾਈਮ ਲੱਗੇਗਾ, ਜਦ ਤੱਕ ਟਰਾਂਸਫਾਰਮ ਹੋ ਨਹੀਂ ਜਾਂਦਾ ਤਦ ਤੱਕ ਥੋੜਾ ਜਿਹਾ ਸਾਨੂੰ ਔਖਾ ਦੌਰ ਝੇਲਣਾ ਪਏਗਾ। ਇਹਦੇ ਨਾਲ ਅਸੀਂ ਗਵਰਨਮੈਂਟ ਨੂੰ ਵੀ ਕਹਿੰਦੇ ਆ ਵੀ ਇਹਦੇ ਤੇ ਜਿਹੜਾ ਉਹਨਾਂ ਨੇ GST ਦੀ ਧਾਰਾ ਲਾਈ ਹੋਈ ਹੈ, ਜਿਵੇਂ ਸਾਨੂੰ 12% GST ਲੱਗਦਾ ਹੈ, ਤੇ ਇੱਕ ਕੋਈ ਜਿਹੜੇ ਮੈਂ ਨੇਮ ਨਹੀਂ ਲੈਣਾ ਚਾਹੁੰਦਾ, ਜਿਹੜੇ ਮਤਲਬ ਜਿਨ੍ਹਾਂ ਨੂੰ ਇਸ ਚੀਜ਼ ਦੇ ਬਾਰੇ ਕਲੈਰਿਟੀ ਨਹੀਂ ਹੈ, ਜਿਹੜੇ ਸ਼ਾਰਟ ਟਰਮ ਗੇਨਸ ਦੇ ਉੱਤੇ ਕੰਮ ਕਰਨੇ ਨੇ, ਜੇ ਮੈਂ ਅਨਰੈਕਗਨਾਈਜ਼ਡ ਸੈਕਟਰ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਉਹਨਾਂ ਨੂੰ ਇਹ 12% ਦੇ ਵਿੱਚ ਹੀ ਪਲੇ ਕਰਨ ਦਾ ਚਾਂਸ ਮਿਲ ਜਾਂਦਾ ਹੈ ਕਿ ਉਹ ਅੰਡਰ ਬਿਲਿੰਗ ਕਰਕੇ ਜਾਂ ਵਿਦਆਊਟ ਬਿਲਿੰਗ ਉਹ ਕੰਮ ਕਰ ਦਿੰਦੇ ਨੇ। ਅਸੀਂ ਗਵਰਨਮੈਂਟ ਨੂੰ ਤਾਕੀਦ ਕਰਦੇ ਹਾਂ ਕਿ ਸਾਨੂੰ ITC ਅਵੇਲ ਕਰਾ ਕੇ 5% ਦੇ ਉੱਤੇ ਲੈ ਕੇ ਆਓ ਤਾਂ ਕਿ ਇਹਨਾਂ ਕੋਲੋਂ ਫਿਰ ਪਲੇ ਕਰਨ ਦਾ ਚਾਂਸ ਨਹੀਂ ਹੋਏਗਾ। ਸਟੈਂਡਰਡਾਈਜੇਸ਼ਨ ਦੇ ਉੱਤੇ ਕੰਮ ਕਰੀਏ ਤੇ ਗਲੋਬਲ ਮਾਰਕੀਟ ਵਿੱਚ ਜਾਈਏ, ਵਿਨ ਵਿਨ ਹੋਏਗਾ ਸਾਰਿਆਂ ਪਾਸੇ।
ਤੇ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ? ਥੈਂਕ ਯੂ ਜੀ। ਮੈਂ ਮੇਰੇ ਖਿਆਲ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ। ਨਹੀਂ ਥੈਂਕ ਯੂ ਸਰ। ਸੋ ਬੜਾ ਪੋਜ਼ਿਟਿਵ ਐਟੀਟਿਊਡ ਦੇ ਨਾਲ ਇਹਨਾਂ ਨੇ ਬਹੁਤ ਸਾਰੇ ਸਚਦੇਵਾ ਜੀ ਨੇ ਆਨਸਰ ਦਿੱਤੇ ਨੇ, ਔਰ ਜਿੱਦਾਂ ਦੇ ਕੁਐਸਚਨ ਸੀਗੇ ਜਾਂ ਜਿੱਦਾਂ ਦੀ ਇੱਕ ਮਿਥ ਸ਼ੁਰੂ ਹੋ ਗਈ ਸੀ ਵੱਡੇ ਛੋਟੇ ਘਰਾਣਿਆਂ ਦੇ ਵਿੱਚ ਜਾਂ OEMs ਤੇ ਮੈਨੂਫੈਕਚਰਰਸ ਨੂੰ, ਸੋ ਇਹਨਾਂ ਨੇ ਇੱਕ ਐਂਗਲ ਦਿੱਤਾ। ਬਹੁਤ ਅੱਛੀ ਸੋਚ ਹੈ ਕਿ ਸਾਨੂੰ ਜਿਹੜਾ ਅਗਾਹੂ ਵਧੂ ਸੋਚ ਰੱਖਣੀ ਚਾਹੀਦੀ ਹੈ, ਤੇ ਜਿਹੜੀ ਸਾਡੇ ਕੋਲ ਅੱਗੇ ਅਸੀਂ ਅੱਜ 1.5 ਕਰੋੜ ਤੇ ਖੜੇ ਆ ਇੰਨੇ ਸਾਲਾਂ ਤੇ ਅਸੀਂ ਵਾਈ ਨਾਟ ਵੀ ਗੋ ਅਪ ਫਾਰਵਰਡ ਤੇ 20 ਕਰੋੜ ਨੂੰ ਟਾਰਗੇਟ ਕਰੀਏ, ਜਦ ਕਿ ਬਾਜ਼ਾਰ ਦਾ ਸਾਈਜ਼ 30 ਕਰੋੜ ਹੈ ਤੇ ਹਜੇ ਵੀ 10 ਕਰੋੜ ਦੇ ਵਿੱਚ ਸਾਡੇ ਕੋਲ ਇੱਕ ਵੱਡਾ ਗੈਪ ਹੈਗਾ। ਅਸੀਂ ਉਧਰਲੇ ਪਾਸੇ ਚੱਲੀਏ ਤੇ ਆਪਣੇ ਆਪ ਨੂੰ ਅਪ ਫਰੰਟ ਲੈ ਕੇ ਜਾਈਏ, ਆਪਣੇ ਸਟੈਂਡਰਡਸ ਨੂੰ ਅਪਗ੍ਰੇਡ ਕਰੀਏ, ਇੰਟਰਨੈਸ਼ਨਲ ਮਾਰਕੀਟ ਤੇ ਫੋਕਸ ਕਰੀਏ, ਤੇ ਜਿਹੜੇ ਅਨਆਰਗੇਨਾਈਜ਼ ਸੈਕਟਰ ਹੈ ਉਹਨਾਂ ਨੂੰ ਛੱਡ ਕੇ ਮਤਲਬ ਟੋਬੇ ਦੇ ਵਿੱਚ ਹੱਥ ਪੈਰ ਮਾਰਨ ਦੀ ਬਜਾਏ ਵੱਡੇ ਸਮੁੰਦਰ 'ਚ ਜਾ ਕੇ ਖੇਲੀਏ, ਤਾਂ ਕਿ ਵੱਡੀ ਗਰੋਥ ਕਰੇ, ਇੰਡਸਟਰੀ ਦਾ ਵੀ ਨਾਮ ਹੋਵੇ, ਦੇਸ਼ ਦਾ ਵੀ ਨਾਮ ਹੋਵੇ। ਤੇ ਸਰਕਾਰ ਨੂੰ ਵੀ ਇਹਨਾਂ ਨੇ ਕੁਝ ਸੁਜੈਸ਼ਨਸ ਦਿੱਤੀਆਂ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇੰਡਸਟਰੀ ਟ੍ਰੇਡ ਦੀ ਇਹ ਗੱਲਾਂ ਸਰਕਾਰ ਦੇ ਤੇ ਵੱਖ-ਵੱਖ ਲੋਕਾਂ ਦੇ ਅੱਗੇ ਇੱਦਾਂ ਹੀ ਰੱਖਦੇ रहिए। देखते रहो, बने रहो जाने तैशी। धन्यवाद, नमस्कार। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।